हाँ जी, वाहिगुरू जी का खालसा वाहिगुरू जी की फतेह। ਅੱਜ ਸਾਡੇ ਪਰਮ ਦੋਸਤ ਚਰਨਜੀਤ ਸਿੰਘ ਚੰਨੀ ਦੀ ਸ਼ਹਾਦਤ ਦਾ ਦਿਹਾੜਾ ਤੇ ਉਹਦੀ ਯਾਦ ਵਿੱਚ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ। ਪਰਿਵਾਰ ਆ, ਉਹਦੇ ਸਾਥੀ ਆ, ਉਹਦੇ ਦੋਸਤ ਆ, ਤੇ ਆਪਾਂ ਉਹਦੇ ਬਾਰੇ ਆਪਣੇ ਆਪਣੇ ਜੋ ਪ੍ਰਭਾਵ ਆ, ਜੋ ਪਤਾ ਆ, ਗਿਆਨ ਆ, ਉਹਨੂੰ ਅੱਗੇ ਲੈ ਕੇ ਆਉਣਾ। ਦੇਖੋ, ਚਰਨਜੀਤ ਸਿੰਘ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਉਹਨੂੰ ਮਿਲਿਆ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ। ਇਸ ਵਿਪਰ ਦੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਸ਼ਬਦ ਗੁਰੂ ਅਤੇ ਗੁਰੂ ਖਾਲਸਾ ਪੰਥ 'ਤੇ ਖਾਲਸਾ ਪੰਥ ਦੇ ਜਿਹੜੇ ਸਰਬੱਤ ਦੇ ਭਲੇ ਵਾਲੇ ਰਾਜ ਦੇ ਸੰਕਲਪ 'ਤੇ ਅਟੈਕ ਕੀਤਾ, ਅਤੇ ਉੱਥੇ ਇਸ ਸਦੀ ਦੇ ਸਭ ਤੋਂ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ 94 ਸਾਥੀਆਂ ਨਾਲ ਉਸ ਦਾ ਮੁਕਾਬਲਾ ਕਰਕੇ ਅਜ਼ੀਮ ਸ਼ਹਾਦਤਾਂ ਦਿੱਤੀਆਂ। ਉਹਦੇ ਨਕਸ਼ੇ ਕਦਮੇ 'ਤੇ ਚੱਲਦੇ ਹੀ ਅਸੀਂ ਵੀ ਤੁਰ ਪਏ, ਸਾਰੇ ਨੌਜਵਾਨ ਵਿੱਚ। ਅਸੀਂ ਤਾਂ ਬਾਅਦ 'ਚ ਤੁਰੇ, ਚਰਨਜੀਤ ਸਿੰਘ ਤਾਂ ਪਹਿਲਾਂ ਹੀ ਉਹਨਾਂ ਨਾਲ ਸੀਗੇ। ਫੈਡਰੇਸ਼ਨ ਦੇ ਵਿੱਚ ਸੀ ਪਹਿਲਾਂ ਤੋਂ। ਨਾਲੇ ਇਹ ਇੱਕ ਰਾਜਨੀਤਿਕ ਪੁਰਾਣਾ ਪਰਿਵਾਰ ਆ। ਇੱਥੋਂ ਮੈਂ ਦੱਸ ਦਿੰਦਾ ਜੀ, 1 ਤਰੀਕ ਨੂੰ ਮੈਂ ਅੰਮ੍ਰਿਤਸਰ ਗਿਆ, ਕੋਈ ਕੰਮ ਸੀ, ਅਤੇ ਮੈਂ ਫੋਨ ਕੀਤਾ। ਮੈਂ ਕਿਹਾ ਵੀ ਭਾਈ ਅਮਰੀਕ ਸਿੰਘ ਨੇ ਚੱਕਿਆ, ਕਹਿੰਦਾ ਚਰਨਜੀਤ ਚੰਨੀ ਕੰਮ ਭੇਜਿਆ ਵਿਆ ਅਤੇ ਤੂੰ ਯਾਰ ਆ ਜਾ। ਮੈਂ ਕਿਹਾ ਯਾਰ ਮੈਂ ਕਿਸੇ ਮੇਰੇ ਨਾਲ ਨੇ ਮੇਰੇ ਦੋਸਤ ਵੀ, ਇਹਨਾਂ ਨੂੰ ਮੈਂ ਛੱਡਣਾ ਹੈਗਾ। ਅਤੇ ਉਦੋਂ ਮਿਲਟਰੀ ਲੱਗ ਰਹੀ ਸੀ ਚੌਂਕਾਂ 'ਚ, ਮਤਲਬ ਕਿ ਪੂਰਾ ਮਤਲਬ ਚੈਕਿੰਗ ਨਹੀਂ ਸੀ ਕਰਦੇ ਜਾਣ ਵੇਲੇ। ਹਾਂ, ਕਰਫਿਊ ਸ਼ੁਰੂ ਹੋਣ ਵਾਲੀ ਗੱਲ ਸੀ। ਅਤੇ ਮੈਂ ਕਿਹਾ ਭਾਈ ਸਾਹਿਬ ਵੀ ਮੈਂ ਮੁੜ ਕੇ ਆ ਜਾਂਦਾ, ਮੇਰੇ ਨਾਲ ਬੰਦੇ ਆ, ਮੈਂ ਇਹਨਾਂ ਨੂੰ ਬੰਗੇ ਛੱਡ ਕੇ ਜਾਣਾ। ਅਤੇ ਕਹਿੰਦੇ ਚੱਲ ਠੀਕ ਆ ਵੀ ਆ ਜਾਣਾ ਚੰਨੀ ਨੇ ਹੁਣੀ। ਅਤੇ ਮੈਂ ਆਇਆ ਤਾਂ ਕਰਫਿਊ ਟਾਈਪ ਲੱਗ ਗਿਆ ਸੀ, ਮੈਨੂੰ ਲੁਧਿਆਣੇ ਵੜਨ ਨਹੀਂ ਦਿੱਤਾ। ਮੇਰੇ ਕੋਲ ਫੀਅਟ ਕਾਰ ਸੀ, ਬਾਹਰੋਂ ਬਾਹਰ ਮੈਂ ਲੋਡੂ ਵਾਲੇ ਦੀ ਪਿੰਡ ਆਇਆ। ਉਦੋਂ ਮਤਲਬ ਗੱਡੀਆਂ ਇਹਨਾਂ ਦੀਆਂ ਲੱਗ ਗਈਆਂ ਸੀ ਘੁੰਮਣ। ਅਤੇ ਫਿਰ ਇਹ ਚਲੋ ਉੱਥੇ ਲੜਾਈ ਚੱਲ ਪਈ ਹੈ ਨਾ, ਕਿਸੇ ਨੂੰ ਤੂੰ ਜਾਣ ਨਹੀਂ ਸੀ ਦਿੰਦੇ। ਮਤਲਬ ਪਿੰਡਾਂ ਵਾਲੇ ਪਿੰਡਾਂ ਦੇ ਪਿੰਡ ਲੋਕ ਉੱਠ ਕੇ ਜਾਂਦੇ ਸੀ ਅਤੇ ਉਹਨੂੰ ਮੋੜ ਦਿੱਤਾ ਜਾਂਦਾ ਸੀ ਵੀ ਉੱਥੇ ਤਾਂ ਐਂ ਹੋ ਗਿਆ, ਜੋ ਅਫਵਾਹਾਂ ਜੋ ਵੀ ਸੀਗੀਆਂ। ਇਹਨੇ 10 ਕੁ ਦਿਨ ਬਾਅਦ ਮੇਰੇ ਨਾਲ ਸੰਪਰਕ, ਕੋਈ ਬੰਦਾ ਮੇਰੇ ਕੋਲ ਆਇਆ, ਵਧੀਆ ਬੰਦਾ, ਚਲੋ ਉਹਦਾ ਨਾਂ ਕੀ ਲੈਣਾ, ਅਤੇ ਮੈਨੂੰ ਆਂਦਾ ਵੀ ਤੈਨੂੰ ਲੈ ਕੇ ਜਾਣਾ। ਸਕੂਟਰ 'ਤੇ ਆਇਆ, ਮੈਂ ਕਿਹਾ ਚੱਲ। ਉਹ ਵੇਟ 'ਚ ਪਿੰਡ ਸੀ ਕੋਈ, ਅਤੇ ਲੱਗਿਆ ਗਾਂ ਚਰਨਜੀਤ ਬੈਠਾ। ਮੈਂ ਕਿਹਾ ਮੈਨੂੰ ਲੱਗਦਾ ਸੀ ਵੀ ਲੀਡਰਾਂ ਦੇ ਮੁੰਡੇ ਮਰਦੇ ਨਹੀਂ ਹੁੰਦੇ, ਉਹੀ ਹਾਸੇ 'ਚ। ਅਸੀਂ ਤਾਂ ਆਪਸ ਵਿੱਚ ਯਾਰ ਦੋਸਤ ਸੀ, ਇਕੱਠੇ ਸੌਂਦੇ ਸੀ। ਮੈਂ ਕਿਹਾ ਵੀ ਤੂੰ, ਚਲੋ ਫਿਰ ਸਾਰੀ ਗੱਲ ਸੁਣੀ। ਕਹਿੰਦਾ ਯਾਰ ਮੈਂ 6 ਤਰੀਕ ਨੂੰ ਉੱਥੋਂ ਆਏ ਨਿਕਲੇ, ਜਿਵੇਂ ਵੀ ਨਿਕਲੇ, ਮੇਰੇ ਦੋਸਤ ਕੋਲ ਹੀ ਯੂਨੀਵਰਸਿਟੀ ਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੈਕ 'ਤੇ ਪਿੰਡ ਆ ਉਹਦੇ ਕੋਲ ਇਹ ਠਹਿਰ ਗਿਆ। ਮੇਰੇ ਕਰਕੇ ਮਿਲਦਾ ਸੀ ਉਹਨੂੰ। ਫਿਰ ਤਿੰਨੇ ਜਾਣੇ, ਡਾਕਟਰ ਭਗਵਾਨ ਅਤੇ ਪ੍ਰਿੰਸੀਪਲ ਧਾਰੀਵਾਲ ਅਤੇ ਇਹ ਤਿੰਨੇ ਉੱਥੇ ਚਲੇ ਗਏ। ਚਲੋ ਤਿੰਨੇ ਉੱਥੋਂ ਨਿਕਲ ਆਏ। ਚੱਲ ਬਾਅਦ 'ਚ ਫਿਰ ਚਰਨਜੀਤ ਜਦੋਂ ਉਦੋਂ ਬਾਅਦ ਸਰਗਰਮ ਤਾਂ ਸੀਗਾ ਹੀ। ਇਹ ਜਾ ਕੇ ਇਹ ਕਹਿੰਦਾ ਯਾਰ ਮੈਂ ਉਦੋਂ ਕਾਫੀ ਟਾਈਮ ਚੱਲਦਾ ਰਿਹਾ, ਅਤੇ ਮੈਂ ਉਦੋਂ ਤਾਂ ਆ ਗਿਆ ਵੀ ਹੁਣ ਮੈਂ ਜਾ ਕੇ ਦੁਬਾਰਾ ਸੰਗਠਿਤ ਕਰਨਾ ਪਾਰਟੀ ਨੂੰ। ਅਤੇ ਦਰਬਾਰ ਸਾਹਿਬ ਚਲਾ ਗਿਆ। ਦਰਬਾਰ ਸਾਹਿਬ ਬੈਠ ਗਿਆ, ਅਤੇ ਉਦੋਂ ਉੱਥੇ ਸੂਰਤ ਸਿੰਘ ਖਾਲਸਾ ਵੀ ਉਦੋਂ ਅਕਾਲੀ ਦਲ, ਹਾਂਜੀ ਹਾਂ। ਅਤੇ ਉਦੋਂ ਸਾਨੂੰ ਅਸੀਂ ਸਮੇਂ ਮਤਲਬ ਮੈਂ ਅਤੇ ਗਾਮੇ ਨੂੰ, ਇਹ ਮੇਰੇ ਕੋਲ ਆਏ, ਇਹ ਦਲਜੀਤ ਬਿੱਟੂ ਜੀ ਅਤੇ ਮਤਲਬ ਕੁੱਕੀ ਰਣਜੀਤ, ਇਹ ਮੇਰੇ ਕੋਲ ਬੱਦੋਵਾਲ ਆਏ। ਕਹਿੰਦੇ ਯਾਰ ਵੀ ਆਪਾਂ ਐਂ ਕਰਕੇ ਕੰਮ ਕਾਰ ਕਰਨੇ ਆ, ਵੀ ਆਪਾਂ ਚੱਲੇ ਆ, ਵੀ ਜੇ ਚਰਨਜੀਤ ਉੱਥੇ ਬੈਠਾ ਅਤੇ ਆਪਾਂ ਨੂੰ ਛੇਤੀ ਵਿਪਤਾ ਪੈ ਸਕਦੀ ਹੈ, ਨਹੀਂ ਆਪਾਂ ਕੰਮ ਕਾਰ ਹੋਰ ਕਰ ਸਕਦੇ ਹਾਂ, ਅੱਗੇ ਵੱਧ ਸਕਦੇ ਹਾਂ, ਵੀ ਤੁਸੀਂ ਚਰਨਜੀਤ ਨੂੰ ਲਿਆਓ ਮੈਨੂੰ। ਅਤੇ ਇਹ ਸਮੇਂ ਮੈਨੂੰ ਕਹਿੰਦੇ ਵੀ ਗਾਮੇ ਕੋਲ ਚੱਲਣਾ। ਅਸੀਂ ਮਤਲਬ ਇੱਕੋ ਸਕੂਟਰ 'ਤੇ ਆਪਾਂ ਤਿੰਨੇ ਚਲੇ ਗਏ ਹੈ ਨਾ, ਗਾਮੇ ਨਾਲ ਰੂਮ ਬਣਾ ਲਿਆ। ਚੱਲ ਇਹ ਮੁੜ ਗਏ, ਅਸੀਂ ਚਲੇ ਗਏ ਦਰਬਾਰ ਸਾਹਿਬ। ਅਸੀਂ ਰਾਤ ਰਹੇ ਉੱਥੇ। ਅਸੀਂ ਕਿਹਾ ਵੀ ਚਰਨਜੀਤ ਵੀ ਐਂ ਕਰਕੇ ਵੀ ਆਪਣੇ ਸਿੰਘ ਆਏ ਸੋਚਦੇ ਆ ਵੀ ਤੂੰ ਯਾਰ ਮਤਲਬ ਚੱਲ ਸਾਡੇ ਨਾਲ। ਕਹਿੰਦਾ ਨਹੀਂ ਬਈ, ਮੈਂ ਤਾਂ ਹੁਣ ਇੱਥੇ ਹੀ ਮਰੂੰ, ਮੈਂ ਪਹਿਲਾਂ ਚਲਾ ਗਿਆ, ਹੁਣ ਨਹੀਂ ਮੈਂ ਜਾਣਾ ਹੈਗਾ। ਅਸੀਂ ਇਹਨਾਂ ਨੂੰ ਆ ਕੇ ਦੱਸਿਆ ਵੀ ਬਈ ਨਹੀਂ, ਮਤਲਬ ਉਹ ਨਹੀਂ ਮੰਨਦਾ ਹੁਣ। ਉਹ ਕਹਿੰਦਾ ਮੈਂ ਤਾਂ ਇੱਥੇ ਹੀ ਰਹੂੰਗਾ। ਚਲੋ ਫਿਰ ਅੱਗੇ ਦੱਸ ਦਿਓ ਤੁਸੀਂ। ਚਰਨਜੀਤ ਸਿੰਘ
ਫੈਡਰੇਸ਼ਨ 'ਚ ਸੀਗਾ ਤੇ ਫੈਡਰੇਸ਼ਨ ਦਾ ਜਦੋਂ ਉੱਥੇ ਆਪਣੇ ਜੰਗ ਹੋਈ ਇਹ ਉੱਥੇ ਸੀ ਅਕਾਲ ਤਖ਼ਤ ਤੇ ਬਿਲਕੁਲ ਸਾਹਮਣੇ ਜਿਹੜਾ ਜਿੱਥੇ ਬੀਬੀ ਅਮਰਜੀਤ ਕੌਰ ਦਾ ਕਮਰਾ ਹੁਣ ਵੀ ਰਹਿੰਦੇ ਆ ਉੱਥੇ ਉਹਦੇ ਥੱਲੜੇ ਪਾਸੇ ਇਹਨਾਂ ਨਾਲ ਡਾਕਟਰ ਭਗਵਾਨ ਸਿੰਘ ਤੇ ਪ੍ਰਿੰਸੀਪਲ ਢਾਲੀਵਾਲ ਸੀਗੇ। ਤੇ ਜਦੋਂ ਜਾਣੀ ਕਿ 5 ਤਰੀਕ ਨੂੰ ਇਹ ਹੋ ਗਿਆ ਕਿ ਹੁਣ ਹੈ ਨਾ ਫੌਜ ਐਂਟਰ ਹੋ ਗਈ, ਫਿਰ ਜਿਹੜੇ ਲੰਗਰ ਵਾਲ ਹੋਰ ਸਾਰੇ ਸਿੰਘ ਸੀਗੇ ਸੰਤਾਂ ਨਾਲ ਸੰਬੰਧਿਤ ਸਿੰਘ ਸੀ ਉਹ ਸਾਰੇ ਅਕਾਲ ਤਖ਼ਤ ਵੱਲ ਨੂੰ ਆ ਗਏ। ਇਹ ਵੀ ਸਾਰੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ ਸੀ, ਜਿਹੜੇ ਸ਼ਹਾਦਤ ਨੂੰ ਪ੍ਰਣਾਏ ਹੋਏ ਸੀਗੇ ਜਿਨ੍ਹਾਂ ਉਹ ਜੰਗ ਵਾਲੇ ਸੀ, ਉਹ ਸਾਰੇ ਅਕਾਲ ਤਖ਼ਤ 'ਤੇ ਆ ਗਏ। ਜਿਹੜੇ ਨਹੀਂ ਸੀ ਉਹ ਉੱਧਰ ਰਹਿ ਗਏ, ਹੈ ਨਾ। ਅਤੇ ਇਹ ਫਿਰ ਸਾਰੇ ਸੰਤਾਂ ਦੇ ਆਲੇ ਦੁਆਲੇ ਹੋ ਗਏ। ਅਤੇ ਇਹ ਜੋ ਇਹਦਾ ਕਹਿਣਾ ਕਿ ਉਸ ਜਿੱਥੇ ਨਿਸ਼ਾਨ ਸਾਹਿਬ ਆ 2 ਉਹਦੇ ਪਿੱਛੇ ਜਿਹੜਾ ਕਮਰਾ ਉੱਥੇ ਇਹਨਾਂ ਦਾ ਮੋਰਚਾ ਸੀ। ਅਤੇ ਇਹਨਾਂ ਨੇ ਜੰਗ 6 ਤਰੀਕ ਦੇ ਸਵੇਰ ਤੱਕ ਲੜੀ ਆ। ਫਿਰ ਜਦੋਂ ਇਹ ਹੋਇਆ ਕਿ ਕਰਫਿਊ ਵਾਲੀ ਗੱਲ ਆਈ ਆ ਕਿ ਕਰਫਿਊ ਦੀ ਢਿੱਲ ਦੀ ਆਈ ਆ, ਇਹਨਾਂ ਨੇ ਸੁਣਿਆ ਕਿਉਂਕਿ ਉਸ ਵਕਤ ਜਿਹੜੀ ਹਾਲਾਤ ਆ 5 ਤਰੀਕ ਦੀ ਰਾਤ ਤੋਂ ਸਵੇਰ ਦੇ 6 ਤੋਂ ਇਹ ਹੋ ਗਿਆ ਸੀ ਕਿ ਜਿੱਥੇ ਜਿੱਥੇ ਕੋਈ ਮੋਰਚਾ ਸੀ ਉੱਥੇ ਉੱਥੇ ਉਹਨੂੰ ਪਤਾ ਲੱਗਦਾ ਸੀ। ਇੰਨੀ ਇੰਟੈਂਸ ਗੋਲੀਬਾਰੀ, ਧੂਆਂ ਤੇ ਗੈਸਾਂ ਗੂਸਾਂ ਸੀ ਕਿ ਆਪਣੇ ਤੋਂ ਦੂਰ ਕੀ ਹੋ ਰਿਹਾ ਉਹ ਨਹੀਂ ਸੀ ਪਤਾ ਲੱਗਦਾ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਹੋਰ ਕੀ ਹੋ ਰਿਹਾ। ਇਹ ਬੜੇ ਫਟੇ ਸੀ ਭਾਈ ਸਾਹਿਬ, ਪਾਣੀ ਪੀਣ ਨੂੰ ਹੈ ਨਹੀਂ ਸੀ। ਇਹ ਉੱਥੋਂ ਨਾਲ ਹੀ ਜਿਹੜੇ ਮਕਾਨ 'ਚ ਬੜੇ ਬੁੜੀ ਰੌਲਾ ਪਾਉਣ ਲੱਗੀ। ਉਹ ਕਹਿੰਦੀ ਮੈਂ ਭੁੱਖੀ ਪਿਆਸੀ ਮਰੀ ਪਈ ਆ। ਇਹਨਾਂ ਨੇ ਮੂੰਹ 'ਤੇ ਹੱਥ ਰੱਖ ਕੇ ਉਹਨੂੰ ਕਿਹਾ ਵੀ ਕੋਈ ਨਹੀਂ ਤੇਰਾ ਵੀ ਹੱਲ ਕਰਦੇ। ਉਹਨੂੰ ਵੀ ਪਾਣੀ ਪੂਣੀ ਪਿਲਾਇਆ ਅਤੇ ਉੱਥੋਂ ਕੱਪੜੇ ਚੱਕ ਕੇ ਜਿਹੋ ਜਿਹੇ ਫਿੱਟ ਆਉਂਦੇ ਸੀ ਪਾ ਕੇ ਜਦੋਂ ਕਰਫਿਊ 'ਚ ਢਿੱਲ ਮਿਲੀ ਲੋਕ ਮਤਲਬ ਦੇਖਣ ਆਉਣ ਲੱਗ ਗਏ, ਉਹਨਾਂ 'ਚ ਰਲ ਗਏ। ਉਹ ਵੀ ਜਾਣੀ ਕਿ ਇਹਦੇ ਵਿੱਚ ਇਹ ਏਡਾ ਧੜੱਲੇਦਾਰ ਅਤੇ ਦਲੇਰ ਬੰਦਾ ਸੀ ਕਿ ਨਹੀਂ ਲੜਾਈ ਦੇ ਵਿੱਚ। ਅਤੇ ਉੱਦਾਂ ਵੀ ਇਹਨੂੰ ਮੈਂ ਕਦੀ ਵੀ ਨਹੀਂ ਦੇਖਿਆ ਕਿ ਕਦੀ ਇਹਨੇ ਜਾਣੀ ਕਿ ਇਹਦੇ ਚਿਹਰੇ 'ਤੇ ਕੋਈ ਫਰਕ ਪਿਆ ਹੋਵੇ, ਕਦੀ ਕੋਈ ਢਹਿੰਦੀ ਕਲਾ 'ਚ ਗਿਆ ਹੋਵੇ, ਜਿੱਦਾਂ ਮਰਜ਼ੀ ਸਾਹਮਣੇ ਨੱਕ ਆ ਗਿਆ, ਸਾਹਮਣੇ ਘਿਰ ਗਏ, ਕਦੀ ਕੋਈ ਵੀ ਫਰਕ ਨਹੀਂ ਸੀ ਪੈਂਦਾ ਬੰਦੇ 'ਤੇ। ਬਿਲਕੁਲ ਨੋਰਮਲ ਕੂਲ। ਜਿੰਨਾ ਜ਼ਿਆਦਾ ਔਖਾ ਸਿਚੁਏਸ਼ਨ ਹੋਣੀ ਓਨਾ ਜ਼ਿਆਦਾ ਉਹਨੇ ਜ਼ਿਆਦਾ ਫਿੱਟ ਹੋ ਜਾਣਾ, ਉਸ ਤਰੀਕੇ ਦਾ ਸੀ। ਇਹਦੀ ਇਸ ਸ਼ਖਸੀਅਤ ਨੇ ਜਾਣੀ ਕਿ ਨਾਲ ਬਜ਼ੁਰਗ ਸੀ ਪ੍ਰਿੰਸੀਪਲ, ਉਹਨਾਂ ਨੂੰ ਵੀ ਇਹੀ ਕੱਢ ਕੇ ਲੈ ਕੇ ਆਇਆ ਕੰਧਾਂ ਟਪਾ ਟਪੂ ਕੇ। ਫਿਰ ਇਹ ਕੁਛ ਟਾਈਮ ਬਾਅਦ ਆ ਗਏ ਅਤੇ ਇਹਨਾਂ ਨੇ ਦੁਬਾਰਾ ਸਾਰੀ ਲਾਮਬੰਦੀ ਅਤੇ ਜਥੇਬੰਦੀ ਕਰਨਾ ਸ਼ੁਰੂ ਕੀਤਾ। ਉਹਨਾਂ ਦਾ ਅਸਲਾ ਵੀ ਤਾਂ ਇਹਨਾਂ ਨੇ ਖਤਮ ਕੀਤਾ ਭਗਵਾਨ ਸਿੰਘ ਦਾ ਵੀ। ਹਾਂ ਸਾਰਾ ਚਲੋ ਉਹ ਤਾਂ ਗੱਲਾਂ ਹੋਰ ਦੇਖੋ ਜਾਂਦੀਆਂ ਜੋ ਜਿਹੜੀਆਂ ਮੇਨ ਗੱਲਾਂ ਆ। ਇੱਕ ਤਾਂ ਇਹ ਕਿ ਉਹਨਾਂ ਦਾ ਜਿਹੜਾ ਪਿਛੋਕੜ ਸੀ, ਪਰਿਵਾਰ ਸੀ ਬਹੁਤ ਪੰਥਕ ਅਤੇ ਗੁਰਸਿੱਖ ਵਾਲਾ ਸੀ। ਇਹ ਬਾਬਾ ਸ਼ਾਂਗਾ ਸਿੰਘ ਜਿਹੜੇ ਸਾਰੇ ਅਕਾਲੀ ਮੋਰਚਿਆਂ 'ਚ ਅਤੇ ਸਾਰੇ ਪੰਥ 'ਚ ਬੜੇ ਮਸ਼ਹੂਰ ਸੀ, ਉਹਦਾ ਪੁੱਤ ਆਇਆ ਹੈ ਨਾ। ਅਤੇ ਪਰਿਵਾਰ ਇਹਨਾਂ ਦਾ ਰਾਜਨੀਤੀ 'ਚ ਵਿੱਚ ਸੀਗਾ ਅਤੇ ਉਹ ਇਹਨਾਂ ਦੀ ਜਿੱਦਾਂ ਖੂਨ ਚਾਉਣ ਵਾਲੀ ਉਹ ਸੀ ਗੱਲ। ਇਹ ਮੈਂ ਕਹਾਂਗਾ ਕਿ ਰਾਜਨੀਤੀ ਬਾਰੇ ਜੋ ਸਮਝ ਉਹਨੂੰ ਸੀਗੀ, ਪੋਲੀਟਿਕਸ ਬਾਰੇ, ਨੀਤੀ ਬਾਰੇ, ਉਹ ਸਾਡੇ ਸੰਘਰਸ਼ ਵਿੱਚ ਅਸੀਂ ਸਾਰੇ ਸੀਗੇ ਬਹੁਤ ਘੱਟ ਬੰਦਿਆਂ ਨੂੰ ਸੀਗੀ। ਜਿਹੜੇ ਬਹੁਤ ਆਪਣੇ ਆਪ ਨੂੰ ਸਿਆਣੇ ਵੀ ਸਮਝਦੇ ਕਿ ਨਹੀਂ, ਉਹਨਾਂ ਨੂੰ ਵੀ ਨਹੀਂ ਸਹੀ ਸੀ। ਜਾਣੀ ਕਿ ਸਾਡੇ ਜਿਹੜੀ ਖਾੜਕੂ ਸੰਘਰਸ਼ ਦੀ ਜਿਹੜੀ ਰਾਜਨੀਤੀ ਦਾ ਜੇ ਕਹੋਗੇ ਉੱਪਰਲਾ ਮੇਨ ਹਿੱਸਾ ਜਿਹੜਾ ਸਾਰਾ ਉਹਦਾ ਇੱਕ ਹਿੱਸਾ ਸੀਗਾ ਇਹ ਨੀਤੀ ਬਣਾਉਣ ਵਿੱਚ, ਉਹਨੂੰ ਸਮਝਣ ਵਿੱਚ, ਅਕਾਲੀਆਂ ਨੂੰ ਕਿਵੇਂ ਸਮਝਣਾ, ਸਟੇਟ ਨੂੰ ਕਿਵੇਂ ਸਮਝਣਾ, ਦੁਸ਼ਮਣ ਨੂੰ ਕਿਵੇਂ ਸਮਝਣਾ, ਇਹਦੇ ਵਿੱਚ ਇਹਦਾ ਮੁੱਖ ਹੁੰਦਾ ਸੀ ਰੋਲ। ਸਾਰੀ ਜੋ ਅਸੀਂ ਪੋਲੀਟਿਕਸ ਬਾਰੇ ਨੀਤੀ ਬਣਾਉਂਦੇ ਸੀਗੇ, ਇੰਡੀਅਨ ਪੋਲੀਟਿਕਸ ਵਾਲੇ ਜਾਂ ਸਿੱਖ ਪੋਲੀਟਿਕਸ ਬਾਰੇ, ਅਕਾਲੀ ਪੋਲੀਟਿਕਸ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਸੀ। ਅਕਾਲੀਆਂ ਨੂੰ ਸਵਾਲ ਕਿਵੇਂ ਕਰਨਾ, ਕਿੱਦਾਂ ਕਰਨਾ, ਇਹਦਾ ਇੱਕ ਬਹੁਤ ਵੱਡਾ ਰੋਲ ਆ ਜਿਹੜੀ ਸ਼ੁੱਧ ਪੋਲੀਟਿਕਸ ਆ। ਇੱਕ ਤਾਂ ਦੇਖੋ ਉਸ ਵੇਲੇ ਵੀ ਪੋਲੀਟਿਕਸ 2 ਤਰ੍ਹਾਂ ਦੀ ਸੀਗੀ ਫੈਡਰੇਸ਼ਨ 'ਚ ਵੀ। ਇੱਕ ਤਾਂ ਸੀਗੇ ਸਿੰਘ ਜਿਹੜੇ ਜਿੱਦਾਂ ਭਾਈ ਅਮਰੀਕ ਸਿੰਘ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ, ਸਤਪਾਲ ਸਿੰਘ ਢਿੱਲੋਂ, ਸ਼ੇਰ ਸਿੰਘ, ਇਹ ਫੈਡਰੇਸ਼ਨ ਦਾ ਹਿੱਸਾ ਜਿਨ੍ਹਾਂ ਦਾ ਸਭ ਤੋਂ ਮੁੱਖ ਸੀਗਾ ਪੰਥ ਅਤੇ ਸ਼ਹਾਦਤ ਜੰਗ ਹੈ ਨਾ ਖਾਲਸੇ ਲਈ। ਇੱਕ ਹੋਰ ਹਿੱਸਾ ਵੀ ਸੀ ਜਿਨ੍ਹਾਂ ਨੇ ਸਰੈਂਡਰ ਕੀਤਾ, ਜਿਨ੍ਹਾਂ ਦੀ ਨੁਮਾਇੰਦਗੀ ਹਰਮਿੰਦਰ ਸਿੰਘ ਕਰਦਾ ਸੀ ਹੈ ਨਾ। ਅਤੇ ਉਹ ਸਾਰਿਆਂ ਦਾ ਉਹ ਇਸ ਤਰ੍ਹਾਂ ਸ਼ਹਾਦਤ ਵਾਲਾ ਨਹੀਂ ਸੀ, ਉਹਨਾਂ ਨੂੰ ਪਤਾ ਵੀ ਨਹੀਂ ਸੀ, ਉਹ ਸੋਚਦੇ ਵੀ ਨਹੀਂ ਸੀ। ਉਹ ਆਪਣੇ ਆਪ ਨੂੰ ਇੱਕ ਜਿੱਦਾਂ ਬਾਦਲ ਦਾ ਬਦਲ ਸਮਝਦੇ ਸੀ, ਉਸ ਵੇਲੇ ਸਮਝਦੇ ਸੀਗੇ, ਉਸ ਵਕਤ ਹੀ ਸਮਝਦੇ ਸੀ। ਅਤੇ ਉੱਥੇ ਉਹ ਫਿਰ ਜਦੋਂ ਇੱਕਦਮ ਸ਼ਹਾਦਤਾਂ ਦੀ ਆ ਗਈ, ਉਹਨਾਂ ਨੇ ਤਾਂ ਕਦੀ ਸੋਚਿਆ ਵੀ ਨਹੀਂ ਸੀ। ਉਹ ਹਿੱਸੇ ਦਾ ਇਹ ਸੀ ਕਿ ਅਖੀਰਲੇ ਮੌਕੇ ਕੋਈ ਸਮਝੌਤਾ ਹੋ ਜਾਏਗਾ। ਉਹ ਜਿਹੜਾ ਸਮਝੌਤਾ ਤਾਂ ਉੱਥੇ ਕੀ ਹੋਣਾ ਸੀ ਹੈ ਨਾ।
ਤੇ ਉਹਨਾਂ ਦੇ ਕੋਲ ਫਿਰ ਉਹਨਾਂ ਨੇ ਉਸ ਤਰੀਕੇ ਨਾਲ ਉੱਥੇ ਹਥਿਆਰ ਨਹੀਂ ਵਰਤੇ, ਸਰੈਂਡਰ ਕਰ ਦਿੱਤਾ। ਚਲੋ ਉਹ ਡਿਫਰੈਂਟ ਗੱਲ ਆ। ਇਹ ਜਿਹੜਾ ਹਿੱਸਾ ਆ ਸ਼ੁੱਧ ਨਿਰਮਲ ਹਿੱਸਾ ਫੈਡਰੇਸ਼ਨ ਦਾ, ਇਹ ਸੀਗਾ ਭਾਈ ਅਮਰੀਕ ਸਿੰਘ ਵਾਲਾ, ਇਹ ਚਰਨਜੀਤ ਸਿੰਘ ਵਾਲਾ, ਗੁਰਜੀਤ ਸਿੰਘ ਹੋਣਾ, ਸਤਪਾਲ ਢਿੱਲੋਂ ਵਾਲਾ, ਜਿੰਨੇ ਹੋਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਾ ਕੇ। ਇੱਕ ਇਹਨਾਂ ਦਾ ਇਹ ਬਹੁਤ ਆ ਕਿ ਇਹਨਾਂ ਨੇ ਖਾੜਕੂ ਸੰਘਰਸ਼ ਨਾਲ, ਜਿਹੜੀ ਆਜ਼ਾਦੀ ਦੇ ਸੰਘਰਸ਼ ਨਾਲ, ਉਹਨਾਂ ਨਾਲ ਬਿਲਕੁਲ ਉਹਦਾ ਹਿੱਸਾ ਬਣ ਕੇ, ਬਲਕਿ ਉਹਦਾ ਦਿਮਾਗ ਬਣ ਕੇ ਚੱਲੇ ਫੈਡਰੇਸ਼ਨ ਦਾ ਜਿਹੜਾ ਇਹ ਹਿੱਸਾ। ਫਿਰ ਇੱਕ ਜਿਹੜੀ ਦੂਸਰੀ ਇੱਕ ਗੱਲ ਆਉਂਦੀ ਹੈ, ਜਿਹੜੀ ਇਹਦੀ ਇੱਕ ਜਰਨੈਲ ਵਾਲੀ ਗੱਲ ਆ, ਉਹ ਜਿੱਦਾਂ ਲੀਡਰਸ਼ਿਪ ਵਾਲੀ ਗੱਲ ਆ, ਉਹ ਤਾਂ ਹੈ ਹੀ ਵੱਡੀ। ਜਰਨੈਲ 'ਚ ਬਹੁਤ ਵੱਡੀਆਂ ਕੁਆਲਿਟੀ ਸੀਗੀਆਂ ਇਹਦੀਆਂ। ਇਹਦਾ ਇੱਕ ਜਥੇਬੰਦ ਕਰਨ ਵਾਲਾ ਫੈਡਰੇਸ਼ਨ ਦਾ ਐਕਸਪੀਰੀਅੰਸ ਸੀ ਅਕਾਲੀ ਦਲ ਦਾ, ਉਹ ਸਾਡੇ ਸਾਰਿਆਂ ਤੋਂ ਜ਼ਿਆਦਾ ਸੀ। ਅੱਛਾ ਦੇਖੋ, ਇਹਦਾ ਇਹ ਸੀ ਹੁੰਦਾ ਕਿ ਜਿੱਥੇ ਚਲੇ ਜਾਂਦਾ ਸੀ ਉਹ ਸਾਰੇ ਬੰਦੇ ਤੁਰ ਪੈਂਦੇ ਸੀ। ਯਾਨੀ ਕਿ ਜਿਨ੍ਹਾਂ ਦੇ ਪਿੰਡ ਚਲੇ ਗਿਆ, ਉਹ ਪਿੰਡ 'ਚੋਂ ਸਾਰੀਆਂ ਠਹਿਰਾਂ ਬਣ ਜਾਂਦੀਆਂ ਸੀ, ਕਿੰਨੇ ਹੀ ਬੰਦੇ ਨਾਲ ਚੱਲ ਤੁਰ ਪਏ। ਇਹ ਉਹਦਾ ਪ੍ਰਭਾਵ ਸੀਗਾ। ਜਿੱਥੇ ਚਲਾ ਗਿਆ ਉੱਥੇ ਚੜ੍ਹਦੀ ਕਲਾ ਵਾਲਾ ਦੌਰ, ਉੱਥੋਂ ਬੰਦੇ ਤਿਆਰ ਹੋ ਗਏ। ਉਹ ਅਸੀਂ ਪਿੱਛੋਂ ਜਾ ਕੇ ਉਹਨਾਂ ਨੂੰ ਰੋਕਣਾ ਪੈਂਦਾ ਸੀ ਕਿ ਭਾਈ ਨਹੀਂ ਚੱਲਣਾ, ਥੋੜ੍ਹੇ ਚਾਹੀਦੇ ਆ। ਬਿਲਕੁਲ ਢੈਂਦੀ ਅਟਕਲੇ ਵਾਲੇ ਬੰਦਿਆਂ ਕੋਲ ਵੀ ਜੇ ਚਰਨਜੀਤ 2 ਦਿਨ ਰਹਿ ਗਿਆ, ਉਹ ਖਾਲਿਸਤਾਨ ਦੀ ਗੱਲ ਕਰਨ ਲੱਗ ਪੈਂਦੇ ਸੀ, ਨਾਲ ਤੁਰ ਪੈਂਦੇ ਹੁੰਦੇ ਸੀ, ਪੁੱਛਦੇ ਹੁੰਦੇ ਸੀ। ਕਿਸੇ ਨੇ ਜਾਣੀ ਕਿ ਦਸਵੰਧ ਕੱਢਣਾ, ਕੁਛ ਕਰਨਾ, ਹਰ ਕੈਟੇਗਰੀ ਦੇ ਬੰਦੇ, ਇਹ ਨਹੀਂ ਕਿ ਪਿੰਡਾਂ ਵਾਲੇ ਬੰਦੇ, ਸ਼ਹਿਰਾਂ 'ਚ ਡਾਕਟਰ, ਇੰਜੀਨੀਅਰ, ਬਿਜ਼ਨਸਮੈਨ, ਜਿੱਥੇ ਵੀ ਰਿਹਾ, ਅਨਨੋਨ ਬੰਦਿਆਂ ਕੋਲ ਵੀ ਗਿਆ, ਉਹ ਬੰਦੇ ਸਾਰੇ ਨਾਲ ਤੁਰ ਪਏ। ਇਹ ਤੁਸੀਂ ਦੇਖ ਲਓ ਕਿ ਕਿੱਦਾਂ ਦਾ ਗੁਣ ਹੋਊ ਬੰਦਿਆਂ ਨੂੰ ਨਾਲ ਲੈਣ ਦਾ, ਬੰਦਿਆਂ ਨੂੰ ਕਨਵਿੰਸ ਕਰਨ ਦਾ। ਮੋਟੀਵੇਸ਼ਨ ਦੀ ਬਹੁਤ ਜ਼ਿਆਦਾ, ਯਾਨੀ ਕਿ ਸਾਡੀਆਂ ਜ਼ਿਆਦੀਆਂ ਠਹਿਰਾਂ ਉਹਦੇ ਕੋਲ ਹੁੰਦੀਆਂ ਸੀਗੀਆਂ, ਉਹਦੀਆਂ ਦਿੱਤੀਆਂ ਹੁੰਦੀਆਂ ਸੀ। ਅੱਛਾ, ਫਿਰ ਉਹ ਠਹਿਰ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਜਿਹੜੀ ਠਹਿਰ ਸਿਰਫ ਉਸ ਠਹਿਰ 'ਤੇ ਜਿਹੜਾ ਮਰਜ਼ੀ ਆ ਗਿਆ ਉਹਨੂੰ ਹੀ ਲੈ ਜਾਣਾ ਉਹਨੇ। ਅਸੀਂ ਭਾਈ ਲੜ ਪੈਂਦੇ ਸੀ ਉਹਨਾਂ, ਅਸੀਂ ਬੜੀ ਵਾਰ ਲੜਦੇ ਸੀ। ਉਹ ਐਡਾ ਖੁੱਲ੍ਹ ਦਿਲਾ ਸੀਗਾ। ਤੂੰ ਯਾਰ ਉਹਦੇ ਕੋਲੇ ਕਿਉਂ ਗਿਆ? ਤੂੰ ਮਤਲਬ ਸਾਡੇ ਨਾਲ ਹੈਗਾ, ਅਸੀਂ ਤਾਂ ਮਤਲਬ ਤੇਰੇ ਨਾਲ ਹੀ ਆ। ਉਹਨਾਂ ਦਾ ਵੀ ਘਰ ਪੱਟਿਆ ਜਾਊ। ਕਹਿੰਦਾ ਫਿਰ ਜੇ ਕੌਮ ਲਈ ਕਰਨਾ, ਫਿਰ ਪੱਟਿਆ ਜਾਂਦਾ, ਪੱਟਿਆ ਜਾਵੇ। ਸਾਡੇ ਨਾਲ ਅਸੀਂ ਲੜ ਪੈਂਦੇ ਇੱਕ ਦੂਜੇ ਨੂੰ, ਬਈ ਤੂੰ ਸਾਡੇ ਰਿਸ਼ਤੇਦਾਰ ਦੇ ਘਰੇ ਕਿਉਂ ਗਿਆ, ਉਹਨਾਂ ਦੇ ਐਂ ਕਿਉਂ ਕੀਤਾ, ਤਾਂ ਕੀ ਹੋ ਗਿਆ, ਇਹ ਵੀ ਲੇਖੇ ਲੱਗ ਜਾਣਗੇ। ਫਿਰ ਦੇਖੋ ਦਲੇਰੀ ਦੀ ਮੈਂ ਤੁਹਾਨੂੰ ਦੱਸਦਾ ਕਿ ਉਹਨੇ ਬੜੇ ਵੱਡੇ ਕੰਮ ਕੀਤੇ। ਉਹਦਾ ਜ਼ਿਆਦਾ ਕੰਮ ਤਾਂ ਇਹ ਸੀ ਕਿ ਆਰਗੇਨਾਈਜੇਸ਼ਨ ਦਾ, ਫਿਰ ਸਮਾਨ ਦਾ, ਢੋਈ ਦਾ, ਲੋਕਾਂ ਨਾਲ ਲਿੰਕ ਦਾ, ਪੋਲੀਟਿਕਸ ਦਾ। ਜਾਣੀ ਕਿ ਮੈਂ ਕਹਿ ਸਕਦਾ ਕਿ ਜਿਹੜਾ ਵੀ ਕੰਮ ਉਹ ਸਾਰੇ ਹੀ ਕਰਦਾ ਸੀ, ਸਾਰੇ ਇੱਕ ਟਾਈਮ ਹੀ ਕਰਦਾ ਸੀ। ਇਹੋ ਜਿਹੇ ਬੰਦੇ ਬਹੁਤ ਘੱਟ ਆ। ਹੁਣ ਵੀ ਮੈਂ ਕੋਈ ਬੰਦਾ ਦੇਖਦਾ ਜੇ ਇਹਨਾਂ 'ਚ ਕੋਈ ਉਹੋ ਜਿਹਾ ਅੰਸ਼ ਹੋਵੇ। ਜਿਵੇਂ ਮੈਂ ਕਿਹਾ ਕਿ ਉਹ ਆਪਣੇ ਆਪ 'ਚ ਇੱਕ ਇੰਸਟੀਟਿਊਸ਼ਨ ਸੀ, ਇੱਕ ਵਨ ਮੈਨ ਆਰਮੀ ਸੀਗਾ। ਯਾਨੀ ਕਿ ਤੁਸੀਂ ਉਹਨੂੰ ਕੋਈ ਵੀ ਕੰਮ ਕਰ ਦਿਓ, ਕੋਈ ਬਿਆਨ ਲਿਖਣੇ ਆ, ਕੋਈ ਡਾਕੂਮੈਂਟ ਲਿਖਣਾ ਆ, ਕੋਈ ਵਿਦਵਾਨਾਂ ਦੀ ਰਾਏ ਲੈਣੀ, ਕੋਈ ਸੈਮੀਨਾਰ ਕਰਵਾਉਣਾ, ਕੋਈ ਪੋਲੀਟਿਕਸ 'ਤੇ ਕਰਨਾ, ਵਿੱਚ ਹਥਿਆਰ ਲਿਆਉਣੇ ਆ ਰਾਜਸਥਾਨ 'ਚੋਂ ਜਾਂ ਉੱਧਰੋਂ ਕਿਤੋਂ ਨੇਪਾਲ ਤੋਂ, ਜਾਂ ਕੋਈ ਐਕਸ਼ਨ ਕਰਨਾ ਆ, ਜਾਂ ਕੋਈ ਖੈਰ ਕੁਛ ਵੀ ਕਹਿ ਦਿਓ। ਉਹਨੇ ਕਦੇ ਨਾ ਨਹੀਂ ਕਰੀ ਕਿਸੇ ਨੂੰ ਕੀਤੀ, ਕਿਸੇ ਵੀ ਜਥੇਬੰਦੀ, ਸਾਰੇ ਹੀ ਕੰਮ ਕੀਤੇ, ਇਕੱਲੇ ਨਹੀਂ ਕੀਤੇ, ਨਾਲ ਜਾਣੀ ਕਿ ਸਾਰਿਆਂ ਨੂੰ ਹੀ ਤੋਰ ਲੈਂਦਾ ਸੀ। ਉਹ ਇੱਕ ਇੱਦਾਂ ਦੀ ਬਖਸ਼ਿਸ਼ ਵਾਲੀ ਰੂਹ ਸੀ। ਅਤੇ ਦਲੇਰੀ ਦੀ ਗੱਲ ਦੇਖੋ, ਇੰਨੀ ਜ਼ਿਆਦਾ ਦਲੇਰੀ ਸੀ ਕਿ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਉਹ ਇੱਕ ਵਾਰ ਜਾਣੀ ਕਿ ਮੈਂ ਕਦੀ ਗੱਡੀ 'ਤੇ ਨਹੀਂ ਸੀ ਚੜ੍ਹਿਆ, ਮੈਂ ਸਾਈਕਲ ਜਾਂ ਟ੍ਰੇਨ ਜਾਂ ਬੱਸ 'ਤੇ। ਮੈਂ ਕਿਹਾ ਕਿ ਚਲੋ, ਇਹ ਚਰਨਜੀਤ ਸਿੰਘ ਦਾ ਹੁੰਦਾ ਸੀ ਕਿ ਆਪਣੀ ਠਹਿਰਾਵ ਬਣਾਉਂਦਾ ਸੀ। ਜਿਵੇਂ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਇਹਨੇ ਕੋਠੀ ਲੈਣੀ ਕਿਰਾਏ 'ਤੇ, ਉੱਥੇ ਟਰੱਕਾਂ ਵਾਲੇ ਬਣ ਕੇ ਰਹਿਣਾ ਜਾਂ ਬਿਜ਼ਨਸ ਵਾਲੇ ਬਣ ਕੇ ਰਹਿਣਾ, ਐਨ ਸ਼ਾਨ ਨਾਲ ਰਹਿਣਾ, ਉੱਥੇ ਮਹਾਰਾਜ ਪ੍ਰਕਾਸ਼ ਕਰਨਾ, ਐਲਾਨ ਕਰਕੇ ਰਹਿਣਾ, ਜਿੱਥੇ ਵੀ ਰਹਿਣਾ ਉੱਥੇ ਮਹਾਰਾਜ ਪ੍ਰਕਾਸ਼ ਕਰਨਾ। ਫਿਰ ਜਾਣੀ ਕਿ ਸਾਰੇ ਆਲੇ ਦੁਆਲੇ ਮੁਹੱਲੇ ਵਾਲਿਆਂ ਨੂੰ ਪਤਾ ਹੁੰਦਾ ਸੀ ਕਿ ਕੋਈ ਸਿੰਗਰ, ਕੋਈ ਜਾਣੀ ਕਿ ਬਿਜ਼ਨਸਮੈਨ ਰਿਹਾ, ਸਾਰਿਆਂ ਨੂੰ, ਸਾਰੇ ਉਹਦੇ ਮਿੱਤਰ ਬਣ ਜਾਂਦੇ ਹੁੰਦੇ ਸੀ। ਸਾਰੇ ਸਿੰਘ ਉਹਦੇ ਕੋਲ ਆਉਣੇ ਚਾਹੁੰਦੇ ਸੀ। ਜਿੱਦਾਂ ਹੁਣ ਭਾਈ ਗੁਰਦੇਵ ਸਿੰਘ ਉਸਮਾਂ ਵਾਲਾ, ਲਾਭ ਸਿੰਘ, ਮਨਵੀਰ ਸਿੰਘ, ਕਿਸੇ ਦੀ ਵੀ ਗੱਲ ਕਰ ਲਓ, ਸਾਰੇ ਚਾਹੁੰਦੇ ਸੀ ਕਿ ਸਾਨੂੰ ਉਹਦੇ ਕੋਲ ਛੱਡਿਆ, ਸਾਨੂੰ ਉਹ ਸਭ ਤੋਂ ਸੇਫਸਟ ਤੇ ਉਹਦੇ ਕੋਲ ਰਹਿਣਾ ਚਾਹੁੰਦੇ ਹੁੰਦੇ ਸੀ। ਅਤੇ ਉਹਦੇ ਕੋਲ ਅਸੀਂ ਇੱਥੇ ਮੋਹਾਲੀ 7 ਫੇਜ਼ 5 ਫੇਜ਼ ਆਪਣੇ ਇਹਨਾਂ ਸਿੰਘਾਂ ਨੂੰ ਪਤਾ ਆ, ਹਰਪਾਲ ਸਿੰਘ ਹੁਣੀ ਹੈ ਨਾ, ਆਪਣੇ ਸ਼ਹੀਦ ਹੋ ਗਏ, ਪਾਲੀ ਹੋਣੀ, ਆਪਣੇ ਮਿੰਟੇ ਹੋਣੀ, ਅਵਤਾਰ ਹੋਣੀ, ਹਰਜੀਤ ਹੋਣੀ ਹੁੰਦੇ ਸੀ ਇੱਥੇ, ਕਿਸ ਤਰੀਕੇ ਨਾਲ ਰਹਿਣਾ। ਅਤੇ ਤਕਰੀਬਨ ਜਿਹੜੀ ਕਰੀਮ ਹੁੰਦੀ ਸੀ ਮੂਵਮੈਂਟ ਦੀ, ਕੀ ਹਰਜਿੰਦਰ ਸਿੰਘ ਜਿੰਦਾ, ਕੇ ਸੀ ਸ਼ਰਮਾ, ਲਾਭ ਸਿੰਘ, ਗੁਰਦੇਵ ਸਿੰਘ,
ਐਨੀ ਬੜੀ ਜਿਹੜੀ ਕਿ ਉਹਨੂੰ ਸਾਰੇ ਬੰਦਿਆਂ ਨੇ ਇਹਨਾਂ ਕੋਲ ਆ ਕੇ ਰਹਿਣਾ ਤੇ ਕਿੰਨੇ ਕਿੰਨੇ ਦਿਨ ਰਹਿਣਾ, ਬਹੁਤ ਸਿੰਘ ਵਾਲਾ ਵੀ ਸਾਰਿਆਂ ਨੇ ਆ ਕੇ। ਫਿਰ ਉੱਥੇ ਮਹਾਰਾਜ ਪ੍ਰਕਾਸ਼ ਹੋਣਾ, ਉੱਥੇ ਚਲੀਸੇ ਰੱਖਣੇ, ਉੱਥੇ ਸਿਮਰਨ ਹੋਣਾ, ਸਵੇਰੇ 12:40 ਵਜੇ ਉੱਠਣਾ, ਕੱਲੀਆਂ ਸਬਜ਼ੀਆਂ ਖਾਣੀਆਂ, ਕਿੰਨੇ ਦਿਨ ਭਾਰ ਘਟਾ ਦੇਣਾ, ਫਿਰ ਸਾਰਾ ਦਿਨ ਪਾਠ ਕਰਨਾ, ਫਿਰ ਸ਼ਾਮ ਨੂੰ ਡਿਸਕਸ਼ਨ ਹੋਣੀ, ਕੋਈ ਕਿਤਾਬਾਂ ਪੜ੍ਹਨੀਆਂ। 12 ਸਿੰਘ 20 ਸਿੰਘ ਇੱਥੇ ਅਸੀਂ ਮੋਹਾਲੀ 'ਚ ਰਹਿੰਦੇ ਰਹੇ ਹਾਂ। ਤਾਂ ਸਾਰਿਆਂ ਦਾ ਹੁੰਦਾ ਸੀ ਕਿ ਕਿਸੇ ਤਰੀਕੇ ਨਾਲ ਚਰਨਜੀਤ ਸਿੰਘ ਕੋਲ ਜਾ ਕੇ ਰਿਹਾ ਜਾਵੇ, ਤੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਸੀ। ਅਸੀਂ ਬਹੁਤ ਘੱਟ ਉਹ ਕੋਲ ਰਹਿੰਦੇ ਸੀ ਕਿ ਇਹ ਪਤਾ ਨਹੀਂ ਕਿਹਨੂੰ ਪਤਾ ਹੋਣਾ ਕਿ ਕਦੋਂ ਰੇਡ ਪੈ ਜਾਣੀ। ਅਸੀਂ ਉਹਨਾਂ ਬਹੁਤ ਲੜਨਾ, ਫਿਰ ਕਦੀ ਨਾ ਕਦੀ ਰਹਿ ਜਾਣਾ। ਚਾਚਾ ਤਾਂ ਇਹਨਾਂ ਲੜੀ ਪੈਂਦਾ ਹੁੰਦਾ ਸੀ, ਉਹਨੂੰ ਕਹਿਣਾ ਕਿ ਬੰਦਾ ਤੂੰ ਕਿੱਦਾਂ ਦਾ, ਪਰ ਉਹਨੇ ਕਦੇ ਨਹੀਂ ਸੀ ਪਰਵਾਹ ਕੀਤੀ। ਜੇ ਜਾਣੀ ਕਿ ਉਹਦਾ ਕਿ ਗਵਾਂਢੀ ਵੀ ਉੱਥੇ ਆ ਕੇ ਲੰਗਰ ਚੱਲਦਾ ਹੁੰਦਾ ਸੀ। ਤੇ ਫਿਰ ਦੇਖੋ ਦਲੇਰੀ ਦਾ ਕਿਵੇਂ, ਅਸੀਂ ਜਾਣਾ ਸੀ ਪੱਟੀ, ਮੀਟਿੰਗ ਸੀ ਬਹੁਤ, ਤੇ ਸਿਆਲ ਦੇ ਦਿਨ ਸੀ। ਮੈਂ ਕਿਹਾ ਕਿ ਚਲੋ ਮੈਂ ਤਾਂ ਬੱਸ 'ਤੇ ਚੱਲਦਾ, ਨਹੀਂ ਉਹ ਕਹਿੰਦਾ ਕਿ ਕਾਰ 'ਤੇ ਜਾਣਾ ਹੈ, ਅੱਜ ਨਾਲ ਲੈ ਕੇ ਜਾਣਾ। ਅਸੀਂ ਫਿਰ ਦੋਵਾਂ ਨੇ ਜਾਣਾ ਸੀ। ਉਹ ਕਹਿੰਦਾ ਕਿ ਚਲੋ ਮੈਂ ਵੀ ਬਹਿ ਗਿਆ ਕਾਰ 'ਤੇ, ਹੈ ਨਾ, ਨਵੀਂ ਮਰੂਤੀ ਕਾਰ 'ਤੇ ਸੀ। ਦੇਖੋ ਉਹ ਕਹਿੰਦਾ ਕੋਈ ਜਾਣੀ ਕਿ ਵਾਹ ਵੱਲ ਨੂੰ ਨਹੀਂ ਦੇਖੂਗਾ, ਹੈ ਨਾ, ਉਹਨਾਂ ਦਿਨਾਂ 'ਚ ਕੀ ਹੁੰਦਾ ਸੀ। ਮੈਂ ਚਲੋ ਬਹਿ ਗਿਆ। ਮੈਂ ਕਿਹਾ ਚਲੋ ਸਾਰੇ ਕਹਿੰਦੇ ਆ ਕਿ ਸਭ ਤੋਂ ਜ਼ਿਆਦਾ ਉਹ ਸੇਫਸਟ ਚਰਨਜੀਤ ਸਿੰਘ ਕੋਲ ਮਸੂਰ ਸੀ। ਲਾਭ ਸਿੰਘ ਕਹਿੰਦਾ ਹੁੰਦਾ ਸੀ ਕਿ ਜਦੋਂ ਮੈਂ ਇਹਦੇ ਨਾਲ ਹੁੰਦਾ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਟਰੱਕ 'ਚ ਜਾਂ ਕਿਤੇ ਕਿਸੇ ਵੀ ਠਹਿਰ 'ਤੇ, ਹੈ ਨਾ, ਕਿ ਇੰਨਾ ਜਾਣੀ ਕਿ ਹੁੰਦਾ। ਕਿ ਅਸੀਂ ਚਲੇ ਗਏ, ਪਤਾ ਨਹੀਂ ਕਿੱਧਰ ਕੁਦਰਤੀ ਕਿਤੇ ਕੋਈ ਨਾਕਾ ਨਹੀਂ ਆਇਆ। ਜਦੋਂ ਅਸੀਂ ਹਰੀਕੇ ਪਹੁੰਚੇ ਕਿ ਨਹੀਂ, ਉੱਥੇ ਬਹੁਤ ਵੱਡਾ ਨਾਕਾ, ਕੈਟ ਕੂਟ BSF ਜਾਂ ਫੌਜ ਲੱਗੀ ਹੋਈ, ਤੇ ਸਾਰਿਆਂ ਨੂੰ ਰੋਕ ਰੱਖ ਕੇ ਕਰਦਾ। ਮੈਂ ਕਿਹਾ ਕਿ ਅਸੀਂ ਮੈਂ ਕਿਹਾ ਕੁਛ ਆਪਾਂ ਬਣਾ ਲਈਏ ਆਸ ਵਿੱਚ, ਕੀ ਆ ਉਹਨਾਂ ਨੇ ਪੁੱਛਣਾ, ਸਾਰਿਆਂ ਨੂੰ ਪੁੱਛ ਰਹੇ। ਦੇਖੋ ਕਿ ਉਹਦਾ ਕੀ, ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ। ਉਹ ਸਿੱਧਾ ਗਿਆ, ਗੱਡੀ ਵੀ ਨਹੀਂ ਰੋਕੀ। ਜਿਹੜਾ ਉਹਦਾ CO ਬੈਠਾ ਸੀ ਉਤਰਿਆ। ਇੱਕ ਤਾਂ ਉਹ ਸਾਰੇ ਤਰ੍ਹਾਂ ਦੇ ਡਰੈਸ ਪਾ ਲੈਂਦੇ। ਉਦੋਂ ਉਹਨੇ 3 ਪੀਸ ਸੂਟ, ਗੋਗਲਸ ਤੇ ਉਹ ਲਾਇਆ ਸੀ ਸਾਰਾ ਕੁਛ, ਹੈ ਨਾ, ਜਿੱਦਾਂ ਉਹ ਕਰਦਾ ਹੁੰਦਾ, ਪੂਰੇ ਆਪਣੀ ਸ਼ਾਨ 'ਚ ਸੀਗਾ, ਜਿੱਦਾਂ ਵੱਡਾ ਕੋਈ ਬਰਿਸਟਰ ਜਾਂ ਉਹ ਹੋਵੇ। ਉਹ ਗਿਆ ਸਿੱਧਾ ਜਾ ਕੇ ਕਾਰ 'ਚ ਉਤਰਿਆ ਤੇ CO ਦੀ ਜਾ ਕੇ ਕੁਰਸੀ 'ਤੇ ਬਹਿ ਗਏ ਨਾਲ। ਉਹਨੂੰ ਹੱਥ ਮਿਲਾਇਆ, ਉਹ ਵੀ ਮਿਲਿਆ, ਤੇ ਉਹਨਾਂ ਕੁਛ ਗੱਲਾਂ ਸਾਰੀਆਂ ਜਾਣੀ ਕਿ ਬੋਲ ਲੈਂਦਾ ਸੀ ਸਭ ਤਰੀਕੇ, ਇੰਨਾ ਕੌਨਫੀਡੈਂਸ। ਕੁਛ ਗੱਲਾਂ ਜਿਹੀਆਂ ਕੀਤੀਆਂ। ਉਹ ਫਿਰ ਉਹਨੇ ਚਾਹ ਬੁਲਾਈ, ਇਹਨੂੰ ਚਾਹ ਚੂਹ ਪਿਆਈ, ਤੇ ਮੈਨੂੰ ਵੀ ਭੇਜਤੀ ਚਾਹ ਅੰਦਰ। ਤੇ ਫਿਰ ਆ ਗਿਆ ਉਹ, ਤੇ 2 ਉਹਨੇ ਗਨਮੈਨ ਨਾਲ, ਫੌਜੀ ਨਾਲ ਆ ਗਏ। ਉਹਨੇ ਕਿਹਾ ਕਿ ਤੁਹਾਨੂੰ ਅੱਗੇ ਬਹੁਤ ਨਾਕੇ ਲੱਗੇ ਆ, ਸਪੈਸ਼ਲ ਅਸੀਂ ਚੈਕਿੰਗ ਕਰ ਰਹੇ। ਜਿੱਥੇ ਅਸੀਂ ਅੱਗੇ ਜਾਣਾ ਸੀ ਪੱਟੀ ਤੋਂ ਵੀ ਕੋਲ ਬਾਠ ਪਿੰਡ ਆ ਉੱਧਰ, ਹੈ ਨਾ, ਉੱਥੇ ਕਿ ਉੱਥੇ ਤੁਹਾਨੂੰ ਬਹੁਤ ਥਾਂ ਰੋਕਣਾ ਆ, ਐਵੇਂ ਚੈੱਕ ਤੰਗ ਕਰਨਗੇ, ਤਾਂ ਬਹੁਤ ਫੌਜੀ ਮੈਂ ਨਾਲ ਭੇਜ ਦਿੰਦਾ। ਉਹ ਇੱਦਾਂ ਦਾ ਬੰਦਾ ਸੀ। ਇੱਕ ਵਾਰ ਹੁਣ ਤੁਸੀਂ ਜਿਹੜੀ ਬਹੁਤ ਹੀ ਹੈਰਾਨੀ ਵਾਲੀ ਗੱਲ ਆ, ਜਦੋਂ ਲੰਬੀ ਨਾ ਹੋ ਜਾਵੇ, ਇਹੋ ਜਿਹੀਆਂ ਮੇਰੇ ਕੋਲ ਬਹੁਤ ਗੱਲਾਂ ਆ। ਇੱਕ ਵਾਰ ਇੱਕ ਕੋਈ ਸਿੰਘ ਸੀਗਾ ਸਾਡਾ ਪੁਰਾਣਾ, ਠਹਿਰ ਸੀ ਫਗਵਾੜੇ ਕੋਲ, ਉੱਤੇ ਚੱਕਰ ਚੱਲ ਗਿਆ। ਉਹਨੇ ਬੜੀ ਸੇਵਾ ਕੀਤੀ, ਉਹ ਚੱਲ ਪਿਆ ਕਿਸੇ ਤਰੀਕੇ ਨਾਲ। ਉਸ ਵੇਲੇ ਬੜਾ ਗਲਤ ਥਾਣੇਦਾਰ ਸੀ, ਰਾਮ ਮੂਰਤੀ ਗਰਾਏ ਦਾ। ਬਾਅਦ 'ਚ ਆਪਣੇ ਸਿੰਘਾਂ ਨੇ ਉਹਨੂੰ ਮਾਰਤਾ ਸੀ। ਉਹ ਕਿਸੇ ਤਰੀਕੇ ਨਾਲ ਚੱਲ ਪਿਆ ਬੰਦਾ, ਤੇ ਉੱਥੇ ਦਰਸ਼ਨ ਸਿੰਘ ਡੱਲੇ ਨੇ ਆਉਣਾ। ਉਹਨੇ ਕਮਿਟ ਕਰ ਲਿਆ ਡੱਲੇ ਨੂੰ ਫੜਾਉਣ ਦਾ, ਉਸ ਥਾਣੇਦਾਰ। ਇਹ ਜਿਹੜੀ ਗੱਲ ਆ, ਤੁਸੀਂ ਦੇਖੋ ਕਿ ਬੰਦਾ ਚਰਨਜੀਤ ਦੀ ਪਰਸਨੈਲਿਟੀ ਦਾ ਤੁਹਾਨੂੰ ਇਹ ਤਾਂ ਪਤਾ ਲੱਗੂਗਾ ਕੀ ਸੀਗਾ। ਇਹ ਰੀਅਲ ਗੱਲ ਹੋਈ ਆ। ਉਹ ਜਿਹੜੀ ਕਿ ਦਰਸ਼ਨ ਸਿੰਘ ਡੱਲੇ ਨੂੰ ਉਹ ਬੰਦੇ ਨੇ ਕਮਿਟ ਕਰ ਲਿਆ, ਜਿਹੜੀ ਸਾਡੀ ਠਹਿਰ ਸੀ, ਕਿ ਮੈਂ ਫੜਾ ਦੂੰਗਾ ਰਾਮ ਮੂਰਤੀ, ਜਿਹੜਾ ਬੜਾ ਬਦਨਾਮ ਥਾਣੇਦਾਰ ਸੀ। ਤੇ ਉਹ ਆ ਕੇ ਬਹਿ ਗਿਆ। ਦਰਸ਼ਨ ਡੱਲੇ ਨੇ ਆਉਣਾ ਸੀ ਕੋਈ 10 ਕੁ ਵਜੇ, ਤੇ ਉਹਨੇ ਤਾਂ ਬੱਸ 'ਤੇ ਆਉਣਾ ਸੀ। ਉਹ ਅੰਦਰ ਲੱਗ ਗਏ, ਤੇ ਚਰਨਜੀਤ ਸਿੰਘ ਤੇ ਅਵਤਾਰ ਸਿੰਘ ਦਾਊ ਮਾਜਰਾ, ਜਿਹੜੇ ਕਾਫ ਖੁਦ ਬਹੁਤ ਵੱਡਾ ਬੰਦਾ ਸੀ। ਡੱਲੇ ਨੇ ਕਿਹਾ ਕਿ ਮੇਰੀ ਉੱਥੇ ਜਥੇਦਾਰ ਜਿਹੜਾ ਆ ਫਗਵਾੜੇ ਵਾਲਾ, ਉੱਥੇ ਮੈਂ ਮਿਲਣਾ, ਇੰਨੇ ਵਜੇ ਪਹੁੰਚਣਾ ਆ, 10 ਵਜੇ ਤੁਸੀਂ ਉੱਥੇ ਆ ਜਾਓ, ਉੱਥੋਂ ਆਪਾਂ ਅੱਗੇ ਅੰਮ੍ਰਿਤਸਰ, ਉੱਥੋਂ ਇਕੱਠੇ ਚਲੇ ਜਾਵਾਂਗੇ। ਉਹ ਹੁਣ ਜਥੇਦਾਰ ਨੂੰ ਨਹੀਂ ਸੀ ਪਤਾ ਕਿ ਚਰਨਜੀਤ ਤੇ ਇਹਨਾਂ ਨੇ ਵੀ ਆਉਣਾ। ਇਹ ਕੋਈ ਉੱਥੇ 9:30 ਪਹੁੰਚ ਗਏ, 9:15। ਇਹਨਾਂ ਨੇ ਗੱਡੀ ਤੇ ਸੀਗਾ ਜਿੱਦਾਂ ਸਦਾ ਹੀ ਉਹ ਗੱਡੀ ਨਵੀਂ 'ਚ ਹੁੰਦਾ ਸੀ, ਗੋਗਲਸ ਉਹੀ ਤਰੀਕਾ ਜਿਹੜਾ ਉਹ CO ਵਾਲਾ ਉਹੀ ਸੀਗਾ ਨਾਲ, ਉਹ ਵੀ ਅਵਤਾਰ ਵੀ ਸਟੂਡੈਂਟ ਮੰਗ। ਜਦੋਂ ਅੰਦਰ ਐਂਟਰ ਹੋਏ, ਹੈ ਨਾ, ਉਹ ਪਰਿਵਾਰ ਘਾਬਰ ਗਿਆ, ਕਿਉਂਕਿ ਪਰਿਵਾਰ ਨੂੰ ਪਤਾ ਸੀਗਾ ਕਿ ਅੱਜ ਇਹ ਗਲਤ, ਤੇ ਉਹ ਘਾਬਰ ਗਿਆ। ਤੇ ਇਹ ਬਹਿ ਗਿਆ, ਹੈ ਨਾ, ਉੱਥੇ, ਤੇ ਉਹਨੂੰ ਚਾਹ ਚੂ ਗਿਆ। ਤੇ ਉਹ ਅੱਗੇ ਉਹ ਵੀ ਆ ਗਿਆ, ਜਿਹੜਾ ਥਾਣੇਦਾਰ। ਉਹ ਵੀ ਉਹਨੂੰ ਸੋਚਿਆ ਕਿ ਇਹਨਾਂ ਰਿਸ਼ਤੇਦਾਰ ਆਇਆ ਕੋਈ, ਕਿਉਂਕਿ ਉਹਨੂੰ ਲੱਗਿਆ ਹੀ ਨਹੀਂ ਕਿ ਇਹ ਕੋਈ ਠਕਾੜਕੂ ਹੋ ਸਕਦਾ। ਉਹਦਾ ਤਾਂ 3 ਪੀਸ ਸੂਟ, ਤੇ ਉਹ ਇਸ ਤਰੀਕੇ ਨਾਲ। ਅੱਛਾ, ਉੱਥੇ ਦੇਖੋ ਥਾਣੇਦਾਰ ਵੀ ਬੈਠਾ, ਤੇ ਉਹ ਜਿਹੜਾ ਠਹਿਰ ਵਾਲਾ ਸੀ ਉਹ ਵੀ ਬੈਠਾ।
ਠਹਿਰਾ ਵਾਲਾ ਤੇ ਪਰਿਵਾਰ ਤਾਂ ਉਹ ਤਾਂ ਬੌਂਦਲ ਗਿਆ ਕਿ ਇਹ ਕੀ ਹੋ ਗਿਆ, ਇਹ ਬੰਦੇ ਕੌਣ ਆ ਗਏ, ਫੜਾਉਣਾ ਤਾਂ ਕੋਈ ਹੋਰ ਸੀ। ਅੱਛਾ, ਉੱਥੇ ਬੈਠੇ ਬੈਠੇ ਚਾਹ ਬੀਬੀਆਂ ਨੂੰ ਨਹੀਂ ਸੀ ਕੁਝ ਪਤਾ, ਉਹ ਬੀਬੀਆਂ ਨੇ ਚਾਹ ਲਿਆਂਦੀ ਤੇ ਉੱਥੇ ਉਹਦੇ ਵਿੱਚ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਰਾਮ ਮੂਰਤੀ ਆ, ਇਹ ਕਿੱਦਾਂ ਇੱਥੇ ਤੇ ਇਹ ਕੀ ਗੱਲ ਹੋ ਗਈ ਹੈ ਨਾ। ਪਰ ਇਹਨਾਂ ਨੇ ਕੁਛ ਨਹੀਂ, ਉਹ ਸਾਰੀਆਂ ਗੱਲਾਂ ਉੱਦਾਂ ਹੀ ਕਰਦੇ ਰਹੇ, ਰਾਮ ਮੂਰਤੀ ਨੂੰ ਵੀ ਉਲਝਾ ਲਿਆ ਆਪਣੀਆਂ ਗੱਲਾਂ 'ਚ, ਕਿਸੇ 'ਚ ਉਹ ਇਹ 'ਚ ਹੀ ਉਲਝ ਗਿਆ, ਕੋਈ ਗੱਲਾਂ 'ਚ ਕੋਈ ਬਿਜ਼ਨਸ ਪਾ ਪੂ ਕੇ ਉਹਨੂੰ ਬਿਲਕੁਲ ਨਹੀਂ ਗਿਆ ਕਿ ਇਹ ਖਾੜਕੂ ਹੋ ਸਕਦੇ ਆ। ਤੇ ਉਹ ਕਰ ਕੁਰ ਕੇ ਚਾਹ ਪੀ ਕੇ ਇਹ 10 ਮਿੰਟ 'ਚ 10 ਮਿੰਟ ਪਹਿਲਾਂ ਤੋਂ ਨਿਕਲ ਗਏ। ਤੇ ਅੱਗੇ ਜਾ ਕੇ ਉਹ ਜਦੋਂ ਆ ਰਹੇ ਸੀ, ਦਰਸ਼ਨ ਸਿੰਘ ਡੱਲਾ ਤੁਰਿਆ ਆ ਰਿਹਾ ਸੀ ਘਰ ਵੱਲ, ਉਹਨੂੰ ਚੱਕਿਆ ਤੇ ਚਲੇ ਗਏ। ਉਹ ਘਰ ਵਾਲੇ ਦਾ ਵੀ ਇੰਨਾ ਨਹੀਂ ਪਿਆ ਕਿ ਕਹਿ ਸਕੇ ਕਿ ਇਹ ਵੀ ਖਾੜਕੂ ਆ ਜਾਂ ਇੱਦਾਂ ਆ, ਉਹ ਤਿੰਨੇ ਹੀ ਬਚ ਗਏ। ਇਹ ਜਾਣੀ ਕਿ ਸਾਰਾ ਅੰਦਰ ਪੁਲਿਸ ਬੈਠੀ ਸੀ ਸਾਰੇ ਉਹਨੂੰ ਦਰਸ਼ਨ ਸਿੰਘ ਡੱਲੇ ਨੂੰ ਚੱਕਣ ਲਈ। ਇਹ ਬੈਠ ਕੇ ਉੱਥੇ ਚਾਹ ਪੀ ਕੇ ਸਾਰੀ ਗੱਲਬਾਤ ਕਰਕੇ, ਇੱਦਾਂ ਦਾ ਬੰਦਾ ਸੀ ਇਹ ਤੁਸੀਂ ਦੇਖੋ ਕਿੰਨਾ ਰੇਅਰ ਬੰਦਾ ਸੀ। ਇਹ ਜਿਹਾ ਪਰਸਨੈਲਿਟੀ ਜਦੋਂ ਉਹ ਪਹਿਲੀ ਵਾਰ ਕਿਸੇ ਨੂੰ ਕੰਮ ਕਰਨ ਲੈ ਕੇ ਜਾਂਦਾ ਹੁੰਦਾ ਸੀ ਕਿ ਨਹੀਂ ਕਿ ਬੰਦੇ ਨਵੇਂ ਆ, ਇਹਨਾਂ ਨੂੰ ਐਕਸ਼ਨ ਲਈ ਆ, ਉਹ ਇੱਕ ਬੰਦੇ ਆਏ, ਉਹ ਮੈਨੂੰ ਉਹਨੂੰ ਦੱਸਿਆ ਕਿ ਕਿਵੇਂ ਕੀਤਾ ਇਹਨੇ। ਉਹਨਾਂ ਨੂੰ ਜਾਣੀ ਕਿ ਬਿਠਾਉਣਾ ਗੱਡੀ 'ਚ, ਅਸੌਲਟਾਂ ਫੜਾਉਣੀਆਂ, ਸਾਰੇ ਜਦੋਂ ਲੁਧਿਆਣੇ ਨਾਕਾ ਜਿੱਥੇ ਐਨ ਵਿੱਚ ਦੇ ਨਾਕੇ ਦੇ ਕੱਢਣਾ, ਥਾਣੇ ਦੇ ਅੱਗੇ ਜਾ ਕੇ ਲਾ ਦੇਣਾ, ਥਾਣੇ 'ਚ ਚਲੇ ਜਾਣਾ, ਜਾਣੀ ਕਿ ਜਿੱਥੇ ਉੱਥੇ ਲੈ ਜਾਣਾ, ਜਾਣੀ ਕੱਢਣਾ ਕਿ ਹੁਣ ਤੁਸੀਂ ਨਿਕਲ ਗਏ। ਇੱਦਾਂ ਦਾ ਸ਼ਖਸ ਸੀ ਉਹ, ਇਹ ਜੀ ਇੰਨਾ ਦਲੇਰ, ਕੌਨਫੀਡੈਂਸ ਜਾਣੀ ਇੰਨਾ ਜ਼ਿਆਦਾ, ਜਾਣੀ ਕਿ ਮੈਂ ਨਹੀਂ ਕਿਸੇ ਦਾ ਵੀ ਕੌਨਫੀਡੈਂਸ ਇੰਨਾ ਦੇਖਿਆ, ਇੰਨਾ ਕੂਲ ਹੈਡਡ, ਇੱਕ ਟਾਈਮ 'ਚ ਹੀ ਇੰਨਾ ਕੁਛ ਕਰਨ ਵਾਲੀ ਪਰਸਨੈਲਿਟੀ, ਜਿਹੜਾ ਜਾਣੀ ਕਿ ਇੱਕ ਟਾਈਮ ਹੀ। ਫਿਰ ਦੂਸਰਾ ਕਿ ਉਹਦੇ ਵਿੱਚ ਦੇਖੋ ਇੱਕ ਜਿਹੜਾ ਕਿ ਨਹੀਂ ਕਿ ਅਸੀਂ ਸੰਘਰਸ਼ ਕਿਉਂ ਲੜ ਰਹੇ ਨੇ, ਇਹ ਸਾਡਾ ਸੰਘਰਸ਼ ਕਾਹਦੇ ਲਈ, ਖਾਲਿਸਤਾਨ ਦਾ ਕੀ ਨਕਸ਼, ਉਹ ਜੋ ਅਸਲ ਖਾਲਸਾ ਪੰਥ ਦਾ ਜਿਹੜਾ ਰੋਲ ਆ, ਜੋ ਖਾਲਸਾ ਪੰਥ ਆ ਉਹਦੇ ਬਾਰੇ ਉਹਨੂੰ ਨੌਲੇਜ ਸੀਗੀ, ਉਹ ਉੱਥੋਂ ਗੱਲ ਕਰਦਾ ਸੀਗਾ, ਉਹ ਉੱਥੇ ਖੜ ਕੇ ਗੱਲ ਕਰਦਾ ਸੀ। ਕਿਉਂਕਿ ਇੱਕ ਤਾਂ ਪਿਛੋਕੜ ਇਹ ਸੀ, ਫਿਰ ਉਹ ਸਟੱਡੀ ਕੀਤੀ ਸੀ, ਜਿਵੇਂ ਇਹਨਾਂ ਨੇ ਕਿਹਾ ਆਪਣੇ ਸਰਦਾਰ ਕਪੂਰ ਸਿੰਘ ICS ਤੇ ਭਗਤ ਸਿੰਘ ਹੋਣੀ ਹੈ ਨਾ, ਔਰ ਭਗਤ ਸਿੰਘ ਉਹਨਾਂ ਦੀ ਬਹੁਤ ਸੰਗਤ ਮਾਣੀ ਸੀ ਤੇ ਉਹਦੇ ਵਿੱਚ ਬਹੁਤ ਕਲੈਰਿਟੀ ਸੀ ਇਸ ਪੱਖੋਂ ਕਿ ਅਸੀਂ ਸੰਘਰਸ਼ ਕਾਹਦੇ ਲਈ ਆ, ਜਿਹੜਾ ਖਾਲਿਸਤਾਨ ਉਹ ਕਿਹੜਾ ਖਾਲਿਸਤਾਨ ਆ, ਸਰਬੱਤ ਦੇ ਭਲੇ ਵਾਲਾ ਰਾਜ, ਹਲੇਮੀ ਰਾਜ ਤੇ ਪਾਤਸ਼ਾਹੀ ਦਾਅਵੇ ਵਾਲੀਆਂ ਸਾਰੀਆਂ ਗੱਲਾਂ ਉਹਨੂੰ ਬਹੁਤ ਕਲੈਰਿਟੀ ਸੀਗੀ। ਇੰਨਾ ਕੁਛ ਜਾਣੀ ਕਿ ਇਹ ਬਹੁਤ ਰੇਅਰ ਗੱਲਾਂ ਆ। ਬਾਕੀ ਜੋ ਆਪਣੇ ਹਰਪਾਲ ਸਿੰਘ ਨੇ ਕਿਹਾ ਜੀ, ਜਿਹੜੀ ਯੂਨਿਟੀ ਵਾਲੀ ਗੱਲ, ਜਿਹੜੀ ਉਦੋਂ ਏਕਤਾ ਹੋਈ ਆ, 5 ਜਥੇਬੰਦੀਆਂ ਦੀ ਪੰਥਕ ਕਮੇਟੀ ਬਣੀ, ਦੂਸਰੀ ਜਿਹੜੀ ਇੱਕ ਬਹੁਤ ਵੱਡੀ ਡਿਵੈਲਪਮੈਂਟ ਆ ਸਾਰੀ ਮੂਵਮੈਂਟ ਦੇ ਵਿੱਚ, ਉਹਦੇ ਵਿੱਚ ਚਰਨਜੀਤ ਸਿੰਘ ਦਾ ਮੈਂ ਕਹੂੰਗਾ ਸਭ ਤੋਂ ਮੇਨ ਜਿਹੜਾ ਰੋਲ ਆ, ਮੂਵਿੰਗ ਰੋਲ। ਉਹਦੇ ਵਿੱਚ ਹੋਰਾਂ ਦਾ ਵੀ ਬੜਾ ਰੋਲ ਆ, ਜਿੱਦਾਂ ਹਰਜਿੰਦਰ ਸਿੰਘ ਜਿੰਦਾ, ਮਥੁਰਾ ਸਿੰਘ, ਅਨੋਖ ਸਿੰਘ, ਸੁਲੱਖਣ ਸਿੰਘ, ਦਰਸ਼ਨ ਸਿੰਘ ਡੱਲਾ, ਬਾਬਾ ਸੁਰਿੰਦਰ ਸਿੰਘ, ਇਹ ਬੰਦਿਆਂ ਦਾ ਬਹੁਤ ਰੋਲ ਆ, ਗੁਰਦੇਵ ਸਿੰਘ ਉਸਮਾ ਵਾਲਾ, ਹਾਂ। ਪਰ ਜਿਹੜਾ ਮੂਵਿੰਗ ਹੁੰਦਾ ਕਿ ਨਹੀਂ ਸਾਰਿਆਂ 'ਚ, ਜਾਣੀ ਕਿ ਸਾਰਿਆਂ ਨੂੰ ਧੱਕ ਕੇ ਲਿਜਾਣ ਵਾਲਾ ਕੌਣ ਆ, ਕਿ ਜਿੱਥੇ ਗੱਲ ਰੁਕੀ ਆ ਉੱਥੇ ਵੀ ਧੱਕਾ ਲਾ ਕੇ ਪਹੁੰਚ ਜਾਣਾ, ਜਿੱਥੇ ਕੋਈ ਰਿਸਕ ਆ ਉੱਥੇ ਵੀ ਪਹੁੰਚ ਜਾਣਾ, ਕੋਈ ਪਰਵਾਹ ਨਹੀਂ ਕਰਨਾ, ਜਿਹੜੀ ਕਰਵਾਈ ਕਿਹਨੇ ਹੈ, ਉਹ ਇਹ ਬੰਦੇ ਦਾ ਬਹੁਤ ਵੱਡਾ ਰੋਲ ਆ। ਇਸ ਕਰਕੇ ਜਦੋਂ ਅਸੀਂ ਯਾਦ ਕਰਦੇ ਹਾਂ ਕਿ ਉਹਦਾ ਜਿੰਨਾ ਤੁਸੀਂ ਜਾਣਦੇ ਹੋ ਉਸ ਤੋਂ ਬਹੁਤ ਵੱਡੀ ਸ਼ਖਸੀਅਤ ਸੀਗੀ, ਉੱਤੇ ਗੁਰੂ ਦੀ ਬਹੁਤ ਬਖਸ਼ਿਸ਼ ਸੀ। ਤੇ ਤੁਹਾਨੂੰ ਬਹੁਤ, ਤੁਸੀਂ ਦੱਸੋ ਕੁਛ। ਹਾਂ, ਮੈਂ ਤਾਂ ਆਪਣਾ ਬਹੁਤ ਥੋੜਾ ਜਿਹਾ ਹਿੱਸਾ ਮੈਂ ਤਾਂ ਤੁਹਾਨੂੰ ਦੱਸਿਆ ਕਿ ਉਹਦੇ ਕੁਛ ਪੱਖ ਕਿੱਦਾਂ ਦੇ ਸੀ। ਇੱਕ ਡਾਕਟਰ ਸਾਹਿਬ ਬਾਰੇ ਵੀ ਉਹੀ ਲੈ ਕੇ ਆਏ ਨੇ, ਡਾਕਟਰ ਸੋਹਣ ਸਿੰਘ। ਹਾਂ, ਡਾਕਟਰ ਸੋਹਣ ਸਿੰਘ ਨੂੰ ਵੀ ਉਹੀ ਲੈ ਕੇ ਆਏ, ਉਹਨਾਂ ਦੇ ਥਰੂ ਹੀ ਆਏ ਸੀ। ਬਹੁਤ ਜਾਣੀ ਕਿ ਬੰਦਿਆਂ ਨੂੰ ਤੋਰਨ ਵਾਲੇ, ਉਹ ਠਹਿਰਾਂ ਬਣਾਉਣ ਵਾਲੇ, ਕਿਉਂਕਿ ਹਾਂ ਉਹਨਾਂ ਨੇ ਬਾਈ ਗਾਮੇ ਹੋਣੀ ਉਹਨਾਂ ਦੇ। ਚਲੋ ਤੁਸੀਂ ਬੈਠੇ ਹੀ ਬਹੁਤ ਹੋ, ਬੈਠੇ ਹੀ ਬਹੁਤ ਆ। ਦੇਖੋ ਜੋ ਅਸੀਂ ਸੰਘਰਸ਼ ਲੜਿਆ, ਜੋ ਕੁਛ ਤੁਹਾਡੇ ਕਰਕੇ, ਤੁਸੀਂ ਪਿੱਛੋਂ ਜਾਣੀ ਕਿ ਜਦੋਂ ਸਾਂਭਿਆ, ਜਦੋਂ ਹੁਣ ਚਰਨਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਅਸੀਂ ਇਹ ਉੱਦਾਂ ਹੀ ਠਹਿਰ ਰਹੇ, ਸਗੋਂ ਉਸ ਤੋਂ ਵੀ ਸੇਫ ਹੋ ਗਈ। ਪਹਿਲਾਂ ਤਾਂ ਕੋਈ ਇਹਨਾਂ ਕੋਲ ਜਾਂਦਾ ਨਹੀਂ ਸੀ ਕਿ ਚਰਨਜੀਤ ਸਿੰਘ ਕਰਕੇ, ਉਸ ਤੋਂ ਬਾਅਦ ਪੁਲਿਸ ਨੂੰ ਉਹ ਬਿਲਕੁਲ ਹੋ ਗਿਆ ਕਿ ਸ਼ਹੀਦ ਹੋ ਗਿਆ। ਬਿਲਕੁਲ ਇਹਨਾਂ ਕੋਲ, ਤੁਹਾਡੇ ਕੋਲ ਮੇਰਾ ਖਿਆਲ ਸਾਰੇ ਹੀ ਸਿੰਘ ਇਹਨਾਂ ਕੋਲ ਆਉਂਦੇ ਆ, ਕਿ ਗੁਰਜੰਟ ਸਿੰਘ ਤੋਂ ਸ਼ੁਰੂ ਹੋ ਕੇ ਦਵਿੰਦਰਪਾਲ ਤੋਂ ਡਾਕਟਰ ਸੋਹਣ ਸਿੰਘ ਤੋਂ ਲਾਭ, ਸਾਰੇ ਹੀ ਈਵਨ ਜਿਹੜੇ ਬਹੁਤ ਫੈਸਲੇ ਵੀ ਇਹਨਾਂ ਦੇ ਜਿਹੜੇ ਸਰਕਾਰੀ ਕੁਆਟਰ ਦੇ ਵਿੱਚ ਹੀ
ਹੁੰਦੇ ਰਹੇ ਆ ਲੁਧਿਆਣੇ, ਜਿਹੜਾ ESI ਵਾਲਾ ਸੀਗਾ ਪਿੱਛੇ ਜੇ ਜਾ ਕੇ, ਹਰਜੀਤ ਉੱਥੇ ਹਾਂ ਉੱਥੇ ਉਹ ਤੁਹਾਡੇ ਕੋਲੋਂ ਜਾ ਕੇ ਹੀ ਉਹ ਸ਼ਹੀਦ ਹੁੰਦਾ ਆ। ਤੇ ਤੁਹਾਡੀ ਤਾਂ ਜਦੋਂ ਬਹੁਤ ਮੇਰੇ ਜ਼ਿਆਦਾ ਕੋਲ ਦੇਣ। ਨਵਨੀਤ ਗਿਆ ਹੈਗਾ, ਹਾਂ ਨਵਨੀਤ, ਹਾਂ ਉਹਨਾਂ ਨੂੰ ਮਿਲਣ 8 ਵਜੇ ਦਾ ਟਾਈਮ ਸੀ ਉਹਨਾਂ ਹਾਂ ਤੁਹਾਡੇ ਕੋਲੋਂ ਹੀ ਗਿਆ, ਹਾਂ। ਤੇ ਇਲੈਕਸ਼ਨ ਵਾਲਾ ਵੀ ਉਹ ਤੁਹਾਡੇ ਕੋਲੋਂ ਹੀ ਹੋਇਆ। ਇਲੈਕਸ਼ਨ ਵਾਲਾ ਜਿਹੜਾ ਡਿਸੀਜਨ ਉਹ ਵੀ ਤੁਹਾਡੇ ਉੱਥੇ ਕੁਆਟਰ 'ਚ ਹੀ ਉੱਥੇ ਹੀ ਹੋਇਆ। ਉੱਥੇ ਹੀ ਹੋਇਆ ਕਿਤੇ। ਹਾਂ ਇਹਨਾਂ ਦਾ ਜਿਹੜਾ ਉਹ ਸਰਕਾਰੀ ਕੁਆਟਰ ਬੜਾ ਇਤਿਹਾਸਿਕ ਕੁਆਟਰ ਆ, ਤੇ ਵੱਡੇ ਵੱਡੇ ਫੈਸਲੇ ਜਿਹੜੇ ਇੱਥੇ, ਮੈਂ ਤਾਂ ਉਸ ਵੇਲੇ ਪਾਰ ਸੀ ਸਾਰੀ ਲੀਡਰਸ਼ਿਪ ਦੇ, ਇਹਨਾਂ ਦੇ ਜਿਹੜਾ ਕੁਆਟਰ ਆ ਵੱਡੇ ਫੈਸਲੇ ਉੱਥੇ ਹੋਏ ਆ ਚਰਨਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ। ਤੇ ਉਹ ਮਾਡਲ ਟਾਊਨ ਪਹਿਲਾਂ ਹੋਈ ਸੀ ਮੀਟਿੰਗ, ਹਾਂਜੀ। ਕੋਈ ਰੇਡ ਪੈਣ ਵਾਲੀ ਸੀਗੀ, ਉਹਨੇ ਸਾਰੇ ਉੱਠ ਕੇ ਇੱਧਰ ਆ ਗਏ। ਬਲਵਿੰਦਰ ਜਟਾਣਾ ਸੀ, ਹਾਂ। ਪੰਜਵੜਜੀ ਸੀ, ਹਾਂ ਗੁਰਜੰਟ ਸਿੰਘ ਸੀ, ਹਾਂ ਗੁਰਜੰਟ ਸੀ, ਡਾਕਟਰ ਸੋਹਣ ਸਿੰਘ ਸੀ, ਹਾਂ ਨਵਨੀਤ ਸਿੰਘ, ਪੰਜਵੜ ਹੋਣੀ ਸੀ ਸਾਰੇ। ਤੁਸੀਂ ਦੂਜੀ ਪੰਥਕ ਕਮੇਟੀ ਨੂੰ ਖੜਾ ਕਰਨ ਦਾ ਬਹੁਤ ਵੱਡਾ ਹਾਂ ਉਹ ਜਿਹੜਾ ਗੱਲ ਆ ਦੇਖੋ, ਡਾਕਟਰ ਸੋਹਣ ਸਿੰਘ ਹਾਂ ਜਿਹੜੀ ਨੂੰ ਲੈ ਕੇ ਆਉਣਾ, ਇੱਕ ਵਾਰ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਈਜ਼ੀ ਲਾਈਫ ਦੇ ਵਿੱਚ ਹੋਵੇ ਜਿਹੜਾ ਹਨਾ, ਬਹੁਤ ਉਹਨਾਂ ਦੀ ਅੱਛੀ ਲਾਈਫ ਸੀਗੀ, ਪਰ ਉੱਥੋਂ ਕਿੱਥੇ ਉਹਨਾਂ ਨੂੰ ਠੇਡੇ ਖਾਣੇ ਪਏ ਬਾਹਰ, ਹਾਂ ਕਦੇ ਕਿਤੇ ਕਦੇ ਕਿਤੇ। ਉਹ ਤਾਂ ਫਿਰ ਤੁਸੀਂ, ਉਹ ਤਾਂ ਇਸ ਤਰ੍ਹਾਂ ਹੀ, ਤੁਸੀਂ ਵੀ ਤਾਂ ਨਾਲ ਹੀ ਰਹੇ ਹੋ, ਤੁਹਾਡਾ ਕਿੰਨਾ ਆ। ਹਾਂ ਤਾਂ ਫਿਰ ਹੈ ਹੀ ਸੀ, ਉਹੀ ਤਾਂ ਬਣ ਜਾਂਦਾ ਤੁਹਾਡਾ ਵੀ। ਹਾਂਜੀ ਬਹੁਤ ਸੇਵਾ ਹੈ ਜੀ ਇਹ ਤੁਹਾਡੀ ਬੀਬੀਆਂ ਦੀ। ਤਾਂ ਪਰਵਾਹ ਨਹੀਂ ਕਰਦਾ ਕਿਸੇ ਨੂੰ ਮਿਲਣ ਬਿਲਕੁਲ ਮੁਲਣ ਦੇ ਕੋਈ ਲਈ। ਹੋਰ ਆਪਣਾ ਚਾਹੇ ਕੋਈ ਰਿਸ਼ਤੇਦਾਰ ਹੋਵੇ ਉਹਨੂੰ ਮਿਲ, ਆਪਣੇ ਸਿਸਟਰ ਉਹਨਾਂ ਨੂੰ ਮਿਲਣ ਦੇ ਲਈ ਜਲੰਧਰ ਚਲੇ ਜਾਣਾ ਉਹਨੇ। ਆਹੋ ਰਾਣੀ ਨੂੰ ਹਨਾ, ਹਾਂ ਕਿਸੇ ਕੋਈ ਪਰਵਾਹ ਨਹੀਂ ਸੀ। ਇੱਕ ਦੋ ਵਾਰ ਉਹਦੇ ਕੋਲ ਹਾਂ 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 ਦੇਖੋ ਇੰਨਾ ਵਾਂਟਡ ਸੀ ਚੰਡੀਗੜ੍ਹ, ਇਹ ਜੇਲ੍ਹ ਸੀ, ਤੇ ਸਾਰੇ ਉਹ ਟਰੈਕਟ ਉਹ ਭਰ ਕੇ ਰਾਸ਼ਨ ਗੱਡੀ ਦੀ ਉਹ ਜੇਲ੍ਹ 'ਚ ਚਲੇ ਗਏ, ਉਹ ਡਰ ਗਏ ਸਾਰੇ ਜਣੇ। ਕਿੰਨਾ ਸਵੀਟ ਲੈ ਕੇ ਗਏ, ਕਿੰਨਾ ਗੁੜ, ਕਿੰਨੇ ਗੰਢੇ। ਮੇਜਰ ਸੀ ਆਪਣਾ ਜਨਰਲ, ਮੇਜਰ ਜਨਰਲ ਨਰਿੰਦਰ ਸਿੰਘ, ਹਾਂ ਬਲਦੇਵ ਸਿੰਘ ਵੀ ਸੀ, ਬਲਦੇਵ ਸਿੰਘ ਗਿਆਨੀ, ਹਾਂਜੀ। ਉਹ ਫਿਰ ਕੀ ਐਜੀਟੇਸ਼ਨ ਸੀ। ਅੱਛਾ ਅਸੀਂ ਇੱਥੇ ਵਡੈਲ ਜੇਲ੍ਹ 'ਚ ਸੀ, ਤੇ ਮੈਨੂੰ ਨਹੀਂ ਪਤਾ ਵੀ ਹੋ ਸਕਦਾ ਵੀ ਕਦੇ ਇਹ ਵੀ ਆ ਸਕਦੇ ਆ। ਮੈਨੂੰ ਮੈਸੇਜ ਗਿਆ ਕੋਈ ਮਿਲਿਆ, ਮੈਂ ਵੇਖਿਆ ਤਾਂ ਪਤਾ ਲੱਗ ਗਿਆ ਵੀ ਆ ਗਏ ਹਨਾ। ਫਿਰ ਇਹਨਾਂ ਨੇ ਆਪਣੀਆਂ ਜੋ ਸਵੀਟਸ ਵਗੈਰਾ ਸੀਗਾ ਸਾਰੀਆਂ ਦਿੱਤੀਆਂ, ਜਿਹੜੀਆਂ ਇੱਧਰ ਸਾਡੇ ਐਜੀਟੇਸ਼ਨ ਵਿੱਚ ਵਜੀਆਂ, ਉਹ ਫਿਰ ਉਧਰ ਮੇਜਰ ਜਨਰਲ ਨੂੰ ਸ਼ਿਫਟ ਕਰ ਦਿੱਤੀਆਂ, ਫਿਰ ਤੁਸੀਂ ਖਾਓ। ਦੇਖ ਲਓ ਜੇਲ੍ਹ 'ਚ ਬਿਲਕੁਲ ਹੀ ਹੈ ਨਹੀਂ ਸੀ ਕੋਈ, ਜਾਣੀ ਕਿ ਬੇਜਣਾ ਹੀ ਉਹ ਖਾਲਸੇ ਦਾ ਜਿਹੜਾ ਉਹ ਗੱਲ ਆ ਕਿ ਨਹੀਂ, ਕਿ ਬਿਲਕੁਲ ਬੇਖੌਫ ਨਿਰਭਉ ਵਾਲਾ ਗੱਲ, ਉਹਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਫੌਜ ਖੜੀ ਆ ਇੱਦਾਂ ਆ। ਉਹ ਦੇਖੋ ਸ਼ਹਾਦਤ ਵੇਲੇ ਵੀ ਤਾਂ ਉੱਦਾਂ ਹੀ ਹੋਇਆ, ਜਿਨ੍ਹਾਂ ਨੇ ਵੀ ਫੜਾਇਆ ਉਹਨੂੰ ਚਰਨਜੀਤ ਸਿੰਘ ਨੂੰ ਉਹਨਾਂ ਨੇ ਛੇਤੀ ਸ਼ਹੀਦ ਕਰ ਦਿੱਤਾ, ਕਿਉਂਕਿ ਉਹਨਾਂ ਦਿਨਾਂ 'ਚ ਉਹਨਾਂ ਨੂੰ ਹੁੰਦਾ ਸੀ ਕਿ ਬੰਦੇ ਕਿਸੇ ਨੂੰ ਚੱਕ ਲੈਣਗੇ ਵੱਡੇ ਬੰਦੇ ਕਰਕੇ, ਜਾਂ ਇੱਕ ਕਰਕੇ ਸੀ ਵੀ ਇਹ ਕਿ ਪੋਲੀਟੀਕਲ ਫੈਮਿਲੀ ਆ, ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਾ ਪੈ ਜੇ। ਉਹ ਮੇਰਾ ਖਿਆਲ ਇਹਨਾਂ ਨੇ 24 ਘੰਟੇ ਤੋਂ ਵੀ ਘੱਟ ਸਮੇਂ 'ਚ ਹੀ ਸ਼ਹੀਦ ਕਰ ਦਿੱਤਾ। ਤੇ ਉਦਣ ਅਸੀਂ ਰਾਤ ਨੂੰ ਅਸੀਂ ਆਏ ਸੀਗੇ ਤੁਸੀਂ ਹਨਾ? ਹਾਂ ਨਹੀਂ ਅਸੀਂ ਬਾਰਡਰ ਟੱਪਣਾ ਸੀ, ਬਾਰਡਰ ਟੱਪਿਆ ਨਹੀਂ ਗਿਆ। ਨਹੀਂ ਗੰਗਾ ਚਰਨਜੀਤ ਹੋਣੀ ਜਿਸ ਦਿਨ ਪਹਿਲੀ ਤਰੀਕ ਨੂੰ ਆਉਂਦੇ ਆ, ਪਹਿਲੇ ਦਿਨ ਇਕੱਠੇ ਸੀ, ਉਦਣ ਇਕੱਠੇ ਸੀ। ਰਾਤ ਨੂੰ ਅਸੀਂ ਫਿਰ ਆ ਗਏ ਇੱਥੇ ਮੋਹਾਲੀ ਸੀਗਾ ਉਦੋਂ, ਇਹ ਕਿਹੜੇ ਫੇਸ 'ਚ ਸੀਗੇ ਮੈਨੂੰ ਨਹੀਂ, 3B2 ਦੇ ਵਿੱਚ। ਤੇ ਅਸੀਂ ਬਾਰਡਰ ਟੱਪ ਨਹੀਂ ਸਕੇ, ਤੇ ਅਸੀਂ ਬਹੁਤ ਲੇਟ ਆ ਗਏ, ਮੈਂ ਤੇ ਡਾਕਟਰ ਸੋਹਣ ਸਿੰਘ। ਅਸੀਂ ਉਸੇ ਕੋਠੀ 'ਚ ਆਏ, ਤੇ ਕੋਠੀ 'ਚ ਉੱਥੇ ਚਾਬੀ ਹੈ ਨਹੀਂ ਸੀ। ਮੈਂ ਕਿਹਾ ਇਹ ਤਾਂ ਗੱਲ ਗਲਤ ਆ, ਚਾਬੀ ਇੱਥੇ ਹੈ ਨਹੀਂ, ਹੋਣੀ ਚਾਹੀਦੀ ਹੈ। ਫਿਰ ਅਸੀਂ ਅੱਧਾ ਘੰਟਾ ਬੈਠੇ ਰਹੇ। ਉਸ ਵਕਤ ਚਰਨਜੀਤ ਸਿੰਘ 'ਤੇ ਤਸ਼ੱਦਦ ਹੋ ਰਿਹਾ ਸੀ, ਹੈ ਨਾ, ਉਹ ਅਰੈਸਟ ਸੀਗਾ। ਤੇ ਅਸੀਂ ਘੰਟਾ ਬੈਠੇ ਰਹੇ। ਫਿਰ ਮੈਂ ਕਿਹਾ ਕਿ ਹੁਣ ਤਾਂ ਬਹੁਤ ਲੇਟ, ਤਾਂ ਇੱਥੇ ਪੁੱਛਗਿੱਛ ਸ਼ੁਰੂ ਹੋ ਜਾਣੀ ਕਿ ਆਪਾਂ ਕੌਣ ਫਿਰਦੇ ਹਾਂ। ਫਿਰ ਉਦੋਂ ਡਾਕਟਰ ਸਾਹਿਬ ਨੇ ਕਿਹਾ ਕਿ ਚਲੋ ਇਹ ਤਾਂ ਕਦੇ ਵੀ ਨਹੀਂ ਸੋਚ ਸਕਦੇ ਕਿ ਮੈਂ ਆਪਣੇ ਘਰੇ ਰਹਿ ਸਕਦਾ ਮੋਹਾਲੀ। ਫਿਰ ਅਸੀਂ ਉਦੋਂ ਡਾਕਟਰ ਸਾਹਿਬ ਦੇ ਘਰੇ ਰਹਿ ਲਏ ਰਾਤ ਨੂੰ। ਫਿਰ ਜਦੋਂ ਅਸੀਂ ਸਵੇਰੇ ਉੱਥੋਂ ਤੁਰੇ, ਮੈਂ ਰੋਪੜ ਨੂੰ ਤੁਰਿਆ, ਤੇ ਜਦੋਂ ਮੈਂ ਰੋਪੜ ਤੋਂ ਅਖਬਾਰ ਫੜੀ ਤੇ ਮੈਂ ਤਖਤਗੜ੍ਹ ਬੈਂਸ ਕੋਲ ਪਹੁੰਚਿਆ, ਉਦੋਂ ਮੈਂ ਦੇਖਿਆ ਤਾਂ ਮੇਨ ਖਬਰ ਸੀ ਚਰਨਜੀਤ ਦੀ, ਕਿ ਨਹੀਂ ਫੋਟੋ, ਸਭ ਤੋਂ ਮੇਨ ਪੇਜ 'ਤੇ ਫੋਟੋ, ਤੇ
ਕਿ ਖਾੜਕੂ ਜਰਨੈਲ ਚਰਨ ਸ਼ਹੀਦ ਹੈ ਨਾ, ਮੈਨੂੰ ਲੱਗਿਆ ਕਿ ਫਿਰ ਤਾਂ ਹੀ ਯਾਨੀ ਕਿ ਉੱਥੇ ਚਾਬੀ ਹੈ ਨਹੀਂ ਸੀ ਸਾਨੂੰ। ਜਦੋਂ ਅਸੀਂ ਬੈਠੇ ਉਦੋਂ ਵੀ ਸਾਨੂੰ ਹੋਰ ਤਰ੍ਹਾਂ ਲੱਗਦਾ ਰਿਹਾ। ਉਹ ਫਿਰ ਉਹਨਾਂ ਨੇ ਬਹੁਤ ਤਸ਼ੱਦਦ ਕੀਤਾ ਜੋ ਵੀ ਹੋ ਸਕਦਾ। ਉੱਦਾਂ ਜਿੱਦਾਂ ਦਾ ਚਰਨਜੀਤ ਸਿੰਘ ਦਾ ਸੁਭਾਅ ਸੀ, ਉਹਨੇ ਜਾਣੀ ਕਿ ਜੋ ਸੀ ਕਿ ਪੋਲੀਟੀਕਲੀ ਜਿਹੜੀ ਗੱਲ ਆ ਉੱਤੇ ਉਹਨੂੰ ਪੂਰਾ ਅੜ ਕੇ ਜਵਾਬ ਦਿੱਤੇ ਹੋਣੇ ਆ, ਅਤੇ ਹੁਣ ਕੋਈ ਵੀ ਗੱਲ ਜਾਣੀ ਕਿ ਸਹੀ ਨਹੀਂ ਹੋਣੀ, ਅੱਗੇ ਉਹ ਬਿਲਕੁਲ ਖੜਕ ਕੇ ਸਭ ਕੁਝ ਹੋਇਆ ਹੋਣਾ, ਲੜਿਆ ਹੋਣਾ, ਬਹੁਤ ਜ਼ਿਆਦਾ ਉਹਨਾਂ ਨਾਲ ਜੂਝਿਆ ਹੋਣਾ। ਇਹ ਜੋ ਸਾਡੇ ਕੋਲ ਖਬਰ ਆਈ ਹੈ ਕਿ ਕਿਸ ਤਰ੍ਹਾਂ ਸ਼ਹੀਦ ਹੋਇਆ, ਉਹ ਇਹ ਹੈ ਕਿ ਉਸ ਵਕਤ ਇੱਥੇ ਜਿਹੜਾ SP ਹੁੰਦਾ ਸੀ ਬਖਸ਼ੀਸ਼ ਸਿੰਘ ਪੰਡਤ। SP ਬਖਸ਼ੀਸ਼ ਸਿੰਘ ਪੰਡਤ ਸੀ ਜਿਹਦੇ ਮੌਕੇ ਤਸ਼ੱਦਦ ਹੋਇਆ। ਉਹਦੇ ਦਾੜੀ ਹੈ ਪੰਡਤ ਸੀ, ਪਰ ਉਹ ਕੇਸ ਦਾੜੀ ਰੱਖੀ ਸੀ। ਉਹ ਜਦੋਂ ਤਸ਼ੱਦਦ ਕਰ ਰਹੇ ਸੀ ਕਿ ਨਹੀਂ, ਜਦੋਂ ਬਹੁਤ ਅੱਧਮ ਹੋਏ ਤੋਂ ਵੀ ਜ਼ਿਆਦਾ ਹੋ ਗਿਆ ਸੀ, ਅਤੇ ਚਰਨਜੀਤ ਸਿੰਘ ਨੇ ਉਹਦੀ ਦਾੜੀ ਫੜ ਲਈ ਅੱਗੋਂ। ਉਹ ਪੁੱਛਦਾ ਸੀ ਕੁਛ, ਉਹਨੇ ਦਾੜੀ ਫੜ ਲਈ। ਉਹ ਦਾੜੀ ਉਹਨੇ ਛੱਡੀ ਹੋਈ ਨਹੀਂ। ਉਹ ਦਾੜੀ ਛਡਾਉਣ ਦੇ ਵਿੱਚ ਹੀ ਕਿਸੇ ਪੁਲਿਸ ਵਾਲੇ ਨੇ ਕੋਈ ਬਹੁਤ ਗੋਲੀ ਜਾਂ ਕੁਛ ਗੋਲੀ ਮਾਰ ਦਿੱਤੀ, ਅਤੇ ਉਹ ਦਾੜੀ ਉੱਦਾਂ ਹੀ ਉਹਦੇ ਹੱਥ 'ਚ ਆਈ ਅੱਧੀ, ਇੱਦਾਂ ਸ਼ਹੀਦ ਹੋ ਗਿਆ। ਯਾਨੀ ਕਿ ਇੱਕ ਬਹਾਨਾ ਵਲ ਗਿਆ, ਨਹੀਂ ਤਾਂ ਹਲੇ ਉਹਨਾਂ ਨੇ ਬਹੁਤ ਜ਼ਿਆਦਾ ਹੋਰ ਤਸ਼ੱਦਦ ਕਰਨਾ ਸੀ। ਉਹਦੇ ਵਿੱਚ ਉਹਦੀ ਦਾੜੀ ਆ ਗਈ ਅਤੇ ਉਹਦੇ ਵਿੱਚ ਹੀ ਗੋਲੀ ਚੱਲ ਗਈ ਅਤੇ ਉਹ ਸ਼ਹੀਦ ਹੋਇਆ। ਫਿਰ ਉਹ ਜਿਹੜਾ ਸੀਗਾ ਕਿਹੜਾ ਬਖਸ਼ੀਸ਼ ਸਿੰਘ SP, ਉਹ ਫਿਰ ਤਰਨ ਤਾਰਨ ਚਲਾ ਗਿਆ ਸੀ। ਫਿਰ ਅਸੀਂ ਉੱਥੇ ਆਪਣੇ ਸੁਖਵਿੰਦਰ ਸਿੰਘ ਸੰਘਾ ਅਤੇ ਮੇਜਰ ਸਿੰਘ ਸ਼ਹੀਦ ਹੋਣਾ ਨੇ ਇਹ ਮਹੀਨੇ ਦੇ ਵਿੱਚ ਇਹਨੂੰ ਮਾਰਤਾ ਸੀ। ਇਹਦੀ ਸਾਰੀ ਜਿੰਨੀ ਵੀ ਸਕਾਟ ਆ ਉਹਨੂੰ ਬਲਾਸਟ ਦੇ ਨਾਲ ਇਹਨੂੰ ਫਿਨਿਸ਼ ਕਰਤਾ ਸੀ, 10 ਬੰਦੇ ਨਾਲ ਖਤਮ ਕਰਤੇ ਸੀ, ਮਾਰਤੇ ਸੀ। ਪਰ ਸ਼ਹਾਦਤ ਉੱਦਾਂ ਹੀ ਹੋਈ ਜਿਵੇਂ ਉਹ ਰਹਿੰਦਾ ਸੀਗਾ, ਇੱਕ ਯੋਧਿਆਂ ਵਾਂਗ ਅਤੇ ਇੱਕ ਜਰਨੈਲਾਂ ਵਾਂਗ ਉਸ ਤਰ੍ਹਾਂ ਹੀ ਹੋਈ ਸ਼ਹਾਦਤ। ਸਾਨੂੰ ਸਭ ਤੋਂ ਪਹਿਲੇ ਜਿਹੜੇ ਵੈਪਨ ਮਿਲੇ ਆ ਉਹ ਵੀ ਇਹਨਾਂ ਦੇ ਪੁਰਾਣੇ ਵੈਪਨ ਸੀਗੇ, ਥਾਂ ਥਾਂ ਪਏ ਸੀ, ਜਿੱਦਾਂ ਤੁਹਾਡੇ ਘਰੇ ਪਏ ਸੀ, ਤੁਹਾਡੇ ਖੇਤਾਂ ਦੇ ਵਿੱਚ ਰੱਖੇ ਹੋਏ ਸੀ। ਬਰਸੀਮ ਦੇ ਵਿੱਚ ਉੱਦਾਂ ਹੀ ਸਿੱਟੀ ਹੋਈ ਸੀ ਸਟੇਨ, ਉਹ ਚੱਕੀ ਲਿਆਂਦੀ ਅਸੀਂ। ਕੁਛ ਹੋਰ ਉਹਨਾਂ ਦੇ ਮਿੱਤਰ ਸੀ, ਉਹਨਾਂ ਕੋਲ ਜਿਹੜੀ ਪਹਿਲੇ ਵੈਪਨ ਇਹਨਾਂ ਨੇ ਚਰਨਜੀਤ ਨੇ ਸਾਨੂੰ ਦੱਸੇ ਸੀ ਕਿੱਥੇ ਕਿੱਥੇ ਪਏ ਆ। ਉਦੋਂ ਵੈਪਨ ਨਹੀਂ ਸੀ ਹੁੰਦੇ, ਬਹੁਤ ਘੱਟ ਵੈਪਨ ਹੁੰਦਾ ਸੀ, ਕਿਸੇ ਕਿਸੇ ਕੋਲ ਹੁੰਦਾ ਸੀ। ਕਰੋ ਤੁਸੀਂ ਕੋਈ ਹੋਰ। ਅਸੀਂ ਤਾਂ ਇਹ ਸਮਝਦੇ ਹਾਂ ਕਿ ਇਹ ਇੱਕ ਬੁੱਕ ਫਾਰਮ ਦੇ ਵਿੱਚ ਸਾਰਾ ਕੁਝ ਰਿਲੀਜ਼ ਹੋਣਾ ਚਾਹੀਦਾ। ਹਾਂਜੀ ਹਾਂਜੀ, ਉਹ ਤਾਂ ਹੋਏਗਾ ਹੀ ਜੀ, ਹੋਏਗਾ। ਤੁਸੀਂ ਜਿਹੜੀ ਗੱਲ ਕਹੀ ਹੈਗੀ ਕਿ ਬਹੁਤ ਜ਼ਿਆਦਾ ਸਿੰਘ ਚੱਲੇ, ਕਹਿੰਦੇ ਪਤਾ ਨਹੀਂ ਲੱਗਾ, ਸ਼ਹੀਦੀਆਂ ਹੋ ਗਈਆਂ, ਇਕਲੌਤੇ ਸੀਗੇ, ਲੇਕਿਨ ਇਹ ਸਾਰਾ ਕੁਛ ਨਾ ਇੱਕ ਬੁੱਕ ਫਾਰਮ 'ਚ ਆਉਣ ਦੀ ਜਨਰੇਸ਼ਨ ਵਾਸਤੇ ਆਉਣਾ ਚਾਹੀਦਾ ਹੈ, ਕਿਉਂਕਿ ਇਹਦੇ ਕੰਮ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਇਹ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ, ਯਤਨ। ਜਦੋਂ ਤੁਸੀਂ ਨੇੜ ਤੇ ਰਹੇ ਹੋ, ਤੁਸੀਂ ਇਹਨਾਂ ਸਹਿਯੋਗ ਕਰੋ। ਤੁਸੀਂ ਕਿਵੇਂ ਬੋਲਦੇ ਹੋ? ਤੁਸੀਂ ਹੁਣ ਗੱਲ ਕੀਤੀ ਕਿ ਨਹੀਂ ਸਿੰਘਾਂ ਬਾਰੇ, ਜਦੋਂ ਹੁਣ ਆਪਣਾ ਪਾਲੀ, ਹਾਂ ਦੇਖੋ ਹੁਣ ਪਾਲੀ ਆ, ਉਹ ਸਾਡਾ ਕਿੱਡਾ ਜਾਣੀ ਕਿ ਪਿਆਰਾ ਸਿੰਘ ਸੀ। ਚਰਨਜੀਤ ਸਿੰਘ ਦੀਆਂ ਇੱਥੇ ਸਾਰੀਆਂ ਠਹਿਰਾਂ ਉਹੀ ਬਣਾਉਂਦਾ ਸੀ। ਉਹ ਜਿਹੜੀ ਇੱਥੇ ਮੋਹਾਲੀ ਉਸ ਵੇਲੇ ਇੱਕ ਸੈਮੀ ਕੰਡਕਟਰਸ ਦੀ ਹੁੰਦੀ ਸੀ ਫੈਕਟਰੀ, ਉਹਦੇ ਵਿੱਚ ਇੱਕ ਟੈਕਨੀਸ਼ੀਅਨ ਸੀ ਚੰਗਾ, ਹਾਂ ਬਹੁਤ ਇੰਟੈਲੀਜੈਂਸ ਸੀ, ਕੰਪਿਊਟਰ ਦੇ ਵਿੱਚ ਤਾਂ ਬਹੁਤ ਹੀ ਮਾਹਰ ਸੀ ਉਹ। ਅਤੇ ਉਹ ਸਾਡਾ ਸਾਰਾ ਉਸ ਵਕਤ ਜਿਹੜਾ ਕੰਪਿਊਟਰਸ ਵਾਲਾ ਅਤੇ ਜਿਹੜਾ ਆਵਾਜ਼ੇ ਖਾਲਿਸਤਾਨ ਕੱਢਦੇ ਸੀ, ਉਹ ਸਾਰੀ ਉਹ ਪ੍ਰਿੰਟਿੰਗ ਉਹੀ ਕਰਦੇ ਸੀ, ਪਾਲੀ, ਅਵਤਾਰ ਅਤੇ ਚਰਨਜੀਤ ਹੋਣੀ ਹੈ ਨਾ। ਉਹ ਸਿੰਘ ਨੇ ਬਹੁਤ ਜ਼ਿਆਦਾ ਦੇਣ ਆ ਚੰਡੀਗੜ੍ਹ ਦੇ ਵਿੱਚ, ਜੋ ਕੁਛ ਵੀ ਹੋਇਆ ਜਿਨ੍ਹਾਂ ਨੂੰ ਸਾਂਭਿਆ, ਉਹਦੇ ਹਾਲੇ ਤੱਕ ਘਰਦਿਆਂ ਨੂੰ ਨਹੀਂ ਮਿਲਿਆ ਗਾ, ਕੋਈ ਨਹੀਂ ਪਤਾ ਹੈ ਨਾ ਕਿੱਦਾਂ ਕਿ ਇਸ ਤਰ੍ਹਾਂ ਬਹੁਤ ਸਿੰਘ ਨੇ। ਉਹ ਲਿਖੀ ਹੋਈ ਆ ਉਹ ਤੇ ਸਭ ਦੇ ਹਾਂ, ਉਹ ਜਾਣੀ ਕਿ ਇੱਥੇ ਆਪਣੇ ਕਿ ਨਹੀਂ ਬਲਾਸਟ ਦੇ ਵਿੱਚ 3 ਸਿੰਘ ਆਪਣੇ ਸ਼ਹੀਦ ਹੋ ਗਏ ਸੀਗੇ। ਆਪ ਹੀ ਸਕੂਟਰ 'ਤੇ ਜਾ ਰਹੇ ਸੀ, ਬਲਾਸਟ ਹੋ ਗਿਆ ਸੀ, ਉਹਦੇ ਵਿੱਚ ਪਾਲੀ, ਸੰਤ ਸਿੰਘ ਗੀਗੇ ਮਾਜਰਾ ਅਤੇ ਵਿਸ਼ੇਸ਼ਰ ਸਿੰਘ ਤੁਹਾਡੇ ਪਿੰਡ ਵਾਲਾ ਫੌਜੀ, ਹਾਂ ਉਹ ਤਿੰਨੇ ਹੀ ਗਲਤੀ ਨਾਲ ਉਹ ਚੱਲ ਗਿਆ ਸੀ, ਉਹਦੇ ਵਿੱਚ ਸ਼ਹੀਦ ਹੋ ਗਏ ਸੀ। 35 ਹਾਂ, ਉਹ ਜਿਹੜਾ ਉਹਨਾਂ ਨੇ ਜਿਹੜਾ ਬਲਾਸਟ ਸਕੂਟਰ ਜਿਹੜਾ ਬਲਾਸਟ, ਉਹ 22 ਸੈਕਟਰ ਦੇ ਵਿੱਚ ਜਿਹੜਾ ਨਿਰੰਜਨ ਸਿੰਘ IAS ਸੀਗਾ ਸੈਕਟਰੀ ਲੈਵਲ ਦਾ, ਜਿਹਨੇ DC ਸੰਤਾਂ ਵੇਲੇ ਉਸ ਨਿਰੰਕਾਰੀਆਂ ਵੇਲੇ ਜਿਹਦਾ ਮੇਨ ਸਭ ਤੋਂ ਜ਼ਿਆਦਾ ਰੋਲ ਸੀਗਾ ਸੰਤਾਂ ਦੀ ਸਪੀਚਾਂ 'ਚ, ਉਹਦਾ ਵਾਰ-ਵਾਰ ਨਾਂ ਆਉਂਦਾ। ਉਹ 22 ਸੈਕਟਰ 'ਚ ਉਹਦਾ ਕੋਈ ਉਦੋਂ ਆਫਿਸ ਸੀ, ਉਹਦੇ
ਉਹ ਦੇਖਿਆ ਸੀ, ਉਹਦੇ ਜਦੋਂ ਬਾਹਰ ਨਿਕਲਦਾ ਉੱਥੇ ਸਕੂਟਰ ਖੜਾ ਕਰਨਾ ਸੀ, ਤੇ ਉਹ ਸਕੂਟਰ ਤੇ ਜਾਂਦੇ ਹੀ ਰਾਹ 'ਚ ਐਕਸੀਡੈਂਟ ਹੋ ਗਿਆ ਤੇ ਤਿੰਨੇ ਸਿੰਘ ਸ਼ਹੀਦ ਹੋ ਗਏ। ਤੇ ਉਹ ਤਿੰਨੇ ਸਿੰਘ ਬਹੁਤ ਹੀ ਉੱਚੇ ਬੰਦੇ ਸੀਗੇ, ਬਹੁਤ ਵੱਡੇ ਬੰਦੇ ਸੀਗੇ। ਸੰਤ ਸਿੰਘ ਗੀਗੇ ਮਾਜਰਾ ਵੀ ਤੇ ਵਿਸ਼ੇਸ਼ਰ ਸਿੰਘ ਫੌਜੀ ਵੀ। ਇਹ 20 ਮਾਰਚ 1990 ਦੀ ਗੱਲ ਹੈ ਜੀ। ਇਹ 20 ਮਾਰਚ 1990 ਦੀ। ਹਾਂਜੀ 18 ਮਾਰਚ ਨੂੰ ਸਾਨੂੰ ਮਿਲੇ ਸੀਗੇ। ਹਾਂ 18 ਮਾਰਚ। ਮੈਂ ਕਹਿੰਦਾ ਜਲਦੀ 'ਚ ਹੈਗਾ, ਤੁਹਾਨੂੰ ਮਿਲਾਂਗੇ ਬਾਅਦ 'ਚ ਨਾ। ਹਾਂ ਮੈਂ ਕਿਹਾ ਖਿਆਲ ਰੱਖੀ ਆਪਣਾ। ਕਹਿੰਦਾ ਨਹੀਂ ਮੈਂ ਚੜ੍ਹਦੀ ਕਲਾ 'ਚ ਹਾਂ। ਤੇ ਬਸ ਉਸ ਤੋਂ ਬਾਅਦ ਹਾਂਜੀ ਉਹਦੀ ਫਿਰ ਫੋਟੋ ਦੇਖੀ ਸੀ, ਪੰਜਾਬੀ ਰਿਵਿਊ ਚਾਹੀ ਸੀ ਫੋਟੋ, ਜਿੰਦੇ ਚੁੰਦੇ ਸੀ ਨਾ, ਜਿਹੜੀ ਬੋਡੀ ਦਾ ਉੱਪਰ ਪਾਰਟ ਠੀਕ ਸੀਗਾ, ਅੱਪਰ ਦਾ ਪਾਰਟ ਠੀਕ ਸੀਗਾ, ਜਿੱਥੋਂ ਆਪਾਂ ਪਛਾਣ ਕੀਤੀ ਵੀ ਆ ਪਾਲੀ ਹੈ। ਕਹਿੰਦਾ ਇਹ ਮੋਟਰਸਾਈਕਲ ਕਿਰਨ ਸਿਨੇਮੇ ਤੋਂ ਬਾਹਰ ਮਿਲਿਆ ਸੀ। ਕਿਰਨ ਸਿਨੇਮਾ ਚਲੋ ਜੀ, ਪਰਮਾਤਮਾ ਦਾ ਜਿਸ ਤਰ੍ਹਾਂ ਪਾਉਣਾ। ਤੇ ਇਹੀ ਆ ਜੀ ਚਰਨਜੀਤ ਸਿੰਘ ਦਾ ਤਾਂ ਇਹੋ ਜਿਹੇ ਸਿੰਘ ਬਹੁਤ ਕਿਤੇ ਚਿਰਾਂ ਬਾਅਦ ਹੀ ਪੈਦਾ ਹੁੰਦੇ ਇੰਨੀ ਕਪੈਸਿਟੀ ਵਾਲੇ, ਜਿਨ੍ਹਾਂ 'ਚ ਇੰਨਾ ਜ਼ਿਆਦਾ ਸਮਰੱਥਾ ਹੋਵੇ। ਹਰੇਕ ਖੇਤਰ ਦੇ ਤੇ ਅੱਛਾ, ਹੋਰ ਇੱਕ ਗੁਣ ਉਹ ਇੰਨਾ ਕੇਅਰਿੰਗ ਸੀਗਾ, ਜਿੱਦਾਂ ਜੇਲ੍ਹਾਂ ਵਾਲਿਆਂ ਦਾ, ਠਹਿਰਾਂ ਵਾਲਿਆਂ ਦਾ ਫਿਕਰ, ਉਹਨਾਂ ਲਈ ਸਮਾਨ ਇਕੱਠਾ ਕਰਨਾ, ਪੈਸਾ ਇਕੱਠਾ ਕਰਨਾ, ਉਹਦੇ ਘਰੇ ਚਲੇ ਜਾ ਕੇ ਕਰਨਾ, ਉਹ ਵੀ ਉਹੀ ਕੁਛ ਕਰਦਾ ਹੁੰਦਾ ਸੀ। ਉਹਦੇ ਲਈ ਉਹਨਾਂ ਨੇ ਵੀ ਕਰ ਲੈਣਾ ਇਕੱਠੇ। ਜਿਹੜੀ ਰਿਸਕ ਵਾਲੀ ਜਗ੍ਹਾ ਆ, ਜਿੱਥੇ ਕਿਸੇ ਨੇ ਨਹੀਂ ਜਾਣਾ, ਉੱਥੇ ਉਹਨੇ ਜਾਣਾ, ਤੇ ਉਹਨੂੰ ਕੁਛ ਨਹੀਂ ਸੀ ਹੁੰਦਾ, ਉੱਦਾਂ ਹੀ ਚਲਾ ਜਾਂਦਾ। ਉਹ ਨਾ ਪਹਿਲੇ ਤੋਂ ਚੱਕ ਖੁੱਲਿਆ ਸੀ ਬਈ, ਕਿਸੇ ਨੂੰ ਐਸਐਸਪੀ ਨੂੰ ਫੋਨ ਕਰਾਉਣਾ ਤੇ ਹੋਰ ਉੱਤੇ ਥੱਲੇ ਕਰਾਉਣਾ, ਠਾਹ ਮਾਰਦਾ ਸੀ ਉਹ। ਮੈਂ ਜਿੱਦੇ ਸੈਂਟਰਲ ਬੜੀ ਦਾ ਭਤੀਜਾ, ਆਹ ਕੰਮ ਮਤਲਬ ਉਹ ਐ ਥੋੜੀ ਜਾ ਕੇ ਕਰਦਾ ਸੀ। ਅਸੀਂ ਕਾਰ ਬੰਦ ਕਰ ਲੈਣੀ ਨਾਕੇ ਤੇ, ਪੁਲਿਸ ਤੋਂ ਧੱਕਾ ਲਵਾਉਣਾ ਜਾਣ ਕੇ। ਜਦੋਂ ਉਸ ਤੋਂ ਬੈਸਟ ਕਾਰਾਂ ਹੁੰਦੀਆਂ ਸੀ ਉਦੋਂ ਇਹ ਮਤਲਬ ਲਹਿਰ ਵਾਲੀ ਗੱਲ ਵੀ ਨਹੀਂ ਸੀ, ਅਸੀਂ ਜਾਣ ਕੇ ਉਹਨਾਂ ਦੇ ਉੱਥੇ ਬੰਦ ਕਰ ਦੇਣੀ ਵੀ ਇਹ ਸਟਾਰਟ ਨਹੀਂ ਹੁੰਦੀ, ਧੱਕਾ ਲਓ। ਮਤਲਬ ਪੂਰੇ ਸਵਾਲ ਲੈਣ ਦੀ। ਹਾਂਜੀ ਫੜਾਇਆ, ਸਾਨੂੰ ਪਤਾ ਆ, ਚਲੋ ਸਾਨੂੰ ਪਤਾ ਆ ਕਿ ਨਹੀਂ ਫੜਾਇਆ, ਪਰ ਮੇਰਾ ਖਿਆਲ ਆਪਾਂ ਨੂੰ ਇੱਥੇ ਨਾਂ ਨਹੀਂ ਲੈਣਾ ਚਾਹੀਦਾ। ਬਹੁਤ ਗੱਲਾਂ ਇਦਾਂ ਸਾਨੂੰ ਪਤਾ। ਕਲੈਰਿਟੀ ਹੋਣੀ ਚਾਹੀਦੀ, ਕਈ ਉਹਨਾਂ ਦਾ ਨਾਂ ਲਾ ਦਿੰਦੇ ਨੇ ਵੀ ਸ਼ਾਇਦ ਨਹੀਂ ਜਿਹੜੇ ਬੰਦਿਆਂ ਨੇ ਫੜਾਇਆ ਸਾਨੂੰ ਉਹਨਾਂ ਦਾ ਪਤਾ ਆ, ਪਰ ਫਿਰ ਵੀ ਅਸੀਂ ਯਾਨੀ ਕਿ ਨਾਂ ਲੈਣਾ ਠੀਕ ਨਹੀਂ ਸਮਝਦੇ, ਕਿਉਂਕਿ ਨਹੀਂ ਇਹ ਤਾਂ ਗਲਤ ਗੱਲ ਹੈ। ਉਹਨਾਂ ਦਾ ਨਾਂ ਕਦੀ ਅਸੀਂ ਉਹਨਾਂ ਦੇ ਟੈਗ ਤੇ ਇਹਨਾਂ ਦਾ ਕੋਈ ਹੱਥ ਨਹੀਂ, ਉਹ ਐਵੇਂ ਦੀ ਸਟੋਰੀ ਲੋਕਾਂ ਨੇ ਬਣਾਤੀ। ਹਾਂ ਨਹੀਂ, ਜਿਹੜੀ ਇਹ ਗੱਲ ਆ ਕਿ ਨਹੀਂ, ਵੈਸੇ ਸੰਗਤ ਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਆਪਸੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਕਿਸ ਤਰ੍ਹਾਂ ਦਾ ਉਹ ਨਹੀਂ ਹੈ। ਹਾਂ ਉਹ ਮੈਂ ਕਰਦਾ ਕਲੀਅਰ। ਦੇਖੋ ਨਾ ਤਾਂ ਚਰਨਜੀਤ ਸਿੰਘ ਨੂੰ ਫੜਾਉਣ 'ਚ ਉਹਨਾਂ ਦਾ ਕੋਈ ਰੋਲ ਹੋ ਹੀ ਨਹੀਂ ਸਕਦਾ। ਜਿਹਨੇ ਫੜਾਇਆ ਸਾਨੂੰ ਪਤਾ, ਉਹ ਅਸੀਂ ਨਾਂ ਤਾਂ ਨਹੀਂ ਦੱਸਦੇ ਕਿਉਂਕਿ ਦੇਖੋ ਜਿਹੜੇ ਵੀ ਬੰਦੇ ਤੁਰੇ ਹੋਏ ਆ ਕਿ ਨਹੀਂ, ਇਹ ਜਿਨ੍ਹਾਂ 'ਚੋਂ ਬੰਦੇ ਸਾਡੇ ਖਿਲਾਫ ਵੀ ਹੋ ਗਏ, ਕੈਟ ਵੀ ਬਣ ਗਏ, ਸਾਡਾ ਨੁਕਸਾਨ, ਉਹ ਤੁਰੇ ਤਾਂ ਕਿਸੇ ਵੇਲੇ ਸਾਰੇ ਚੰਗੇ। ਉਹ ਪਰਿਵਾਰ ਤਾਂ ਸਾਰਿਆਂ ਨੇ ਬੜੀ ਬੜੀ ਸੇਵਾ ਕੀਤੀ ਹੋਈ ਹੈ, ਕਿਸੇ ਇੱਕ ਬੰਦੇ ਦਾ ਇੱਦਾਂ ਪਰਿਵਾਰਾਂ ਦੀ ਬਹੁਤ ਬਹੁਤ ਸੇਵਾ ਆ। ਜਿਹੜੀ ਮੈਂ ਹੁਣ ਫਗਵਾੜੇ ਵਾਲੀ ਗੱਲ ਕਰਦਾ, ਉਹ ਪਰਿਵਾਰ ਦੀ ਬਹੁਤ ਜ਼ਿਆਦਾ ਸੇਵਾ ਆ। ਉਹ ਇਕੱਲਾ ਜਿਹੜਾ ਇੱਕ ਬੰਦਾ ਆ ਜਥੇਦਾਰ, ਉਹ ਡਰ ਗਿਆ ਸੀ, ਉਹ ਫੜਾਉਣ ਲੱਗਾ ਸੀ, ਬਾਅਦ 'ਚ ਉਹਨੇ ਵੀ ਮਾਫੀ ਮੰਗ ਲਈ। ਪਰਿਵਾਰ ਨੂੰ ਕੁਛ ਨਹੀਂ ਸੀ ਪਤਾ, ਇਸ ਕਰਕੇ ਨਾਂ ਨਹੀਂ ਲੈਣਾ ਠੀਕ ਆ। ਸਾਨੂੰ ਉਹ ਬੰਦਾ ਜਾਣੀ ਕਿ ਜਿਹਨੇ ਫੜਾਇਆ ਪਤਾ ਆ, ਉਹ ਅਸੀਂ ਜਾਣੀ ਕਿ ਪ੍ਰਮਾਤਮਾ ਕੋਲ ਹੀ, ਪ੍ਰਮਾਤਮਾ ਹੀ ਉਹਦਾ ਲੇਖਾ ਲਊਗਾ। ਅਤੇ ਬਾਕੀ ਜਿਹੜੀ ਗੱਲ ਆ ਕਿ ਜਥੇਦਾਰ ਤਲਵੰਡੀ 'ਤੇ ਵੀ ਇਹ ਆਉਂਦੀ ਹੈ ਕਿ ਚਰਨਜੀਤ ਸਿੰਘ ਨੇ ਕੋਈ ਹੱਥ ਨਹੀਂ। ਚਰਨਜੀਤ ਸਿੰਘ ਬਿਲਕੁਲ ਇਹਦੇ ਵਿੱਚ ਨਹੀਂ ਸੀ, ਉਹ ਨਹੀਂ ਸੀ ਚਾਹੁੰਦਾ। ਪਰ ਮੈਨੂੰ ਪਤਾ ਲੱਗਿਆ ਕਿ ਉੱਥੇ ਇੱਦਾਂ ਸੋਚਦੇ ਆ ਅਤੇ ਉਹਨਾਂ ਨੇ ਇਹ ਗੱਲਾਂ ਵੀ ਕੀਤੀਆਂ। ਚਰਨਜੀਤ ਸਿੰਘ ਜਦੋਂ ਇਹ ਗੱਲ ਹੋਈ ਆ, ਇਹ ਐਕਸ਼ਨ ਲਿਬਰੇਸ਼ਨ ਫੋਰਸ ਵਾਲਿਆਂ ਨੇ ਕੀਤਾ। ਅਤੇ ਹਾਂ ਉਸ ਵਕਤ ਜਦੋਂ ਇਹ ਗੱਲ ਹੋਈ ਆ, ਅਤੇ ਚਰਨਜੀਤ ਸਿੰਘ ਉੱਠ ਕੇ ਚਲਾ ਗਿਆ ਸੀ ਕਿ ਮੇਰਾ ਚਾਚਾ ਆ, ਪਰਿਵਾਰ ਦੀ ਗੱਲ ਆ, ਮੈਂ ਤੁਹਾਨੂੰ ਬਿਲਕੁਲ ਨਹੀਂ ਇਹ ਕਹਿੰਦਾ ਕਿ ਕੀ ਕਰੋ, ਜੇ ਜੋ ਪੰਥ ਦਾ ਫੈਸਲਾ, ਪਰ ਮੈਂ ਇਹਦੇ ਵਿੱਚ ਨਹੀਂ ਸ਼ਾਮਲ ਹੋਊਂਗਾ। ਉਹ ਉੱਠ ਕੇ ਚਲਾ ਗਿਆ ਸੀ, ਉਹਦੇ ਵਿੱਚ ਉਹਦਾ ਕੋਈ ਰੋਲ ਨਹੀਂ। ਚਰਨਜੀਤ ਸਿੰਘ ਦਾ ਜਿਹੜੇ ਫੈਡਰੇਸ਼ਨ ਦਾ ਦੁਬਾਰਾ ਖੜਾ ਕਰਨਾ, ਜਿਹੜੇ ਇਹ ਕਰਦੇ ਆਫਿਸ ਦਾ, ਦਰਬਾਰ ਸਾਹਿਬ 'ਚ ਸਭ ਤੋਂ ਤਲਵੰਡੀ ਦਲ ਦਾ ਜਿਹੜਾ ਸੀ ਆਫਿਸ, ਉਹ ਫੈਡਰੇਸ਼ਨ ਦਾ ਆਫਿਸ ਬਣਾ ਕੇ ਚਰਨਜੀਤ ਸਿੰਘ ਹੀ ਬੈਠਿਆ ਸਭ ਤੋਂ ਪਹਿਲਾਂ। ਉੱਥੇ ਬੈਠ ਕੇ ਸਾਰੇ ਯਾਨੀ ਕਿ ਲਾਮਬੰਦੀ ਕੀਤੀ, ਸਾਰਿਆਂ ਨੂੰ ਇਕੱਠਿਆਂ ਕੀਤੇ। ਕੋਈ ਜਾਂਦਾ ਨਹੀਂ ਸੀ ਪਹਿਲਾਂ, ਬਾਕੀ ਬਾਅਦ 'ਚ ਸਾਰੇ ਆਉਣ ਲੱਗ ਪਏ।
ਫੇ ਜਦੋਂ ਯੂਨਾਈਟਿਡ ਅਕਾਲੀ ਦਲ ਬਣਿਆ ਬਾਬਾ ਜੋਗਿੰਦਰ ਸਿੰਘ ਹੋਣ ਵਾਲਾ, ਉਹਦੇ ਵਿੱਚ ਵੀ ਚਰਨਜੀਤ ਸਿੰਘ ਹੋਣਾ ਦਾ ਬਹੁਤ ਰੋਲ ਆ। ਉਹਦੇ ਵਿੱਚ ਵੀ ਬਹੁਤ ਜ਼ਿਆਦਾ ਲੈਗ ਵਰਕ ਇਕੱਠੇ ਕਰਨਾ ਸਭ ਨੂੰ, ਉਹ ਵੀ ਬਹੁਤ ਕੰਮ ਕੀਤਾ। ਯਾਨੀ ਕਿ ਜਿਹੜਾ ਵੀ ਉਹਦੇ ਸਮੇਂ ਦਾ ਕੋਈ ਕੰਮ ਆ ਉਹਦੇ ਵਿੱਚ ਉਹਦਾ ਰੋਲ ਆ, ਉਹ ਇੱਦਾਂ ਦੀ ਸੀ ਕਿ ਹਰ ਥਾਂ 'ਤੇ ਉਹਦਾ ਪੂਰਾ ਹੀ ਰੋਲ ਹੁੰਦਾ ਸੀ। ਖਬਰਾਂ ਖੁਬਰਾਂ ਲਿਖਣ ਦੇ ਲਈ ਚੰਗਾ ਮਾਹਰ ਸੀਗਾ। ਘਰੇ ਵੀ ਹਰ ਕਮਲ ਕੋਲ ਇੱਥੇ ਆਏ ਉਹਨੂੰ ਮਿਲਣ ਦੇ ਲਈ, ਉਹਨੇ ਇਦਾਂ ਬੈਠੇ ਬੈਠੇ ਖਬਰ ਲਿਖਾਤੀ। ਹਾਂਜੀ ਹਾਂਜੀ, ਜੋਗਿੰਦਰ ਸਿੰਘ ਨੇ ਚਰਨ ਪਹਿਲਾ ਜੀ ਪਹਿਲਾ ਘੱਲੂਘਾਰਾ ਵੀ ਉੱਥੇ ਜਿਹੜੇ ਪ੍ਰੋਗਰਾਮ ਬਣੇ ਆ ਚੌਂ ਮਹਿਤੇ ਦੇ ਜਾਂ ਆਪਣੇ, ਉਹ ਉੱਥੋਂ ਹੀ ਤੁਰੇ ਆ ਸਾਰੇ, ਆਫਿਸ ਤੋਂ ਹੀ ਤੁਰੇ ਆ। ਬਹੁਤ ਵੱਡਾ ਰੋਲ ਆ। ਤੇ ਇਹ ਅੱਜ ਦੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਕਿ ਉਹ ਬੰਦੇ ਕਿੱਦਾਂ ਦੇ ਸੀ, ਹੈ ਨਾ। ਕਿੰਨੀ ਜ਼ਿਆਦਾ ਕਮਾਈ ਸੀ, ਕਿੰਨੀ ਸਮਰੱਥਾ ਸੀ ਉਹਨਾਂ ਦੇ ਵਿੱਚ, ਕਿੰਨਾ ਨਿਮਰਤਾ ਵੀ ਸੀ, ਕਿੰਨੀ ਦੇਣ ਸੀ ਸਾਰੀ। ਮੇਰਾ ਖਿਆਲ ਬਹੁਤ ਹੋ ਗਿਆ ਨਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।